ਦੋਸਤੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਤੁਹਾਡੇ ਲਈ ਜੀਕੇ ਦੀ ਜੋ ਆਪਣੀ ਨਵੀਂ ਸੀਰੀਜ਼ ਸ਼ੁਰੂ ਕੀਤੀ ਆ ਆਪਾਂ MCQ ਦੀ ਜੀਕੇ ਦੇ ਆਪਾਂ ਟੌਪ 500 MCQ ਕਰਨੇ ਜਾ ਰਹੇ ਹਾਂ ਤੇ ਅੱਜ ਆਪਣੀ ਕਲਾਸ ਨੰਬਰ 1 ਹੋਵੇਗੀ ਤੇ ਇਸ 1 ਨੰਬਰ ਕਲਾਸ ਨੂੰ ਤੁਸੀਂ ਬਹੁਤ ਹੀ ਚੰਗੀ ਤਰ੍ਹਾਂ ਦੇਖਣਾ ਵਾ। ਆਪਾਂ ਕੀ ਕਰ ਰਹੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਆਪਾਂ 500 MCQ ਕਵਰ ਕਰਾਂਗੇ। ਅਜੇ ਫਿਲਹਾਲ ਆਪਣੀਆਂ ਕੁਝ ਥਿਊਰੀ ਦੀਆਂ ਕਲਾਸਾਂ ਰਹਿੰਦੀਆਂ ਨੇ ਪੋਲਿਟੀ ਦੀਆਂ, ਤਾਂ ਕਰਕੇ ਅਜੇ ਫਿਲਹਾਲ ਮੈਂ ਸਿਰਫ 20 MCQ ਹੀ ਇੱਕ ਕਲਾਸ ਦੇ ਵਿੱਚ ਕਰਵਾਇਆ ਕਰਾਂਗਾ। ਠੀਕ ਆ, ਉਹਨੂੰ ਆਪਾਂ ਇਸ ਤਰ੍ਹਾਂ ਨਾਲ ਐਕਸਪਲੇਨ ਕਰਾਂਗੇ ਕਿ ਤੁਹਾਡੇ 80 ਤੋਂ 90 ਕੁਐਸਚਨ ਕਵਰ ਹੋ ਜਾਣ। ਠੀਕ ਆ, ਇਸ ਅਕੋਰਡਿੰਗ ਆਪਾਂ ਇਹ ਤਿਆਰੀ ਕਰਨੀ ਆ ਤਾਂ ਕਿ ਤੁਹਾਡਾ ਟਾਈਮ ਸਿਰਫ ਆਪਾਂ ਨੂੰ 30 ਮਿੰਟ ਚਾਹੀਦੇ ਹੋਣਗੇ। ਜੇਕਰ 30 ਮਿੰਟ ਤੋਂ 5-4 ਮਿੰਟ ਉੱਪਰ ਹੋਏਗਾ ਤਾਂ ਉਹਦਾ ਬੈਨੀਫਿਟ ਤੁਹਾਨੂੰ ਇਹੀ ਹੋਏਗਾ ਕਿ ਹਾਂਜੀ ਉਹਦੇ ਵਿੱਚ ਆਪਾਂ 5-7 ਕੁਐਸਚਨ ਵੱਧ ਹੀ ਕਰਾਂਗੇ, ਘੱਟ ਨਹੀਂ ਕਰਦੇ। ਠੀਕ ਆ ਜੀ, ਸੋ ਇਹ ਕਲਾਸ ਦਾ ਮਕਸਦ ਇਹੀ ਆ ਕਿ ਜਿਹੜੀ ਵੀ ਚੀਜ਼ ਤੁਹਾਨੂੰ ਕਰਵਾਤੀ ਉਹ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਬਹਿ ਜਾਵੇ। ਹੁਣ ਦੇਖੋ ਜੀ, ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਕੋਲੇ ਇੱਕ ਕਾਪੀ ਹੋਣੀ ਚਾਹੀਦੀ ਆ ਤੇ ਇੱਕ ਪੈਨ ਹੋਣਾ ਚਾਹੀਦਾ। ਕਾਪੀ ਪੈਨ ਲੈ ਕੇ ਬਹਿਣਾ ਵਾ, ਇੱਕ ਨਵੀਂ ਕਾਪੀ ਲਗਾ ਲਓ, ਚਾਹੇ ਤੁਹਾਡੀ ਇੱਕ ਕਾਪੀ ਲਗਾਈ ਹੋਈ ਆ। ਕਾਪੀ ਦੇ ਉੱਤੇ ਤੁਸੀਂ ਜਿਹੜੀ ਚੀਜ਼ ਤੁਹਾਨੂੰ ਮੈਂ ਐਕਸਟਰਾ ਦੱਸੂਗਾ ਉਹ ਤੁਸੀਂ ਨੋਟ ਕਰਨੀ ਆ। ਹਰੇਕ ਚੀਜ਼ ਨਹੀਂ ਨੋਟ ਕਰਨੀ ਕਿਉਂਕਿ ਮੈਂ PDFs ਤੁਹਾਨੂੰ ਥਿਊਰੀ ਦੀਆਂ ਬਹੁਤ ਸਬਜੈਕਟ ਦੀਆਂ ਕਰਵਾਈਆਂ ਹੋਈਆਂ। ਮਤਲਬ ਕਿ ਕੋਈ ਪੁਆਇੰਟ ਇਦਾਂ ਦਾ ਆ ਜਾਂਦਾ, ਇਹਦੇ ਵਿੱਚ ਮੈਂ ਕੁਝ ਇਹੋ ਜਿਹੇ ਕੁਐਸਚਨ ਵੀ ਲੈ ਕੇ ਆਇਆ ਜਿਹੜੇ ਕਿ ਮੈਂ ਤੁਹਾਨੂੰ ਸਬਜੈਕਟ ਨਹੀਂ ਕਰਾਏ, ਜਿਵੇਂ ਇਕਨੋਮਿਕਸ ਨਹੀਂ ਕਰਾਇਆ, ਜੀਓਗ੍ਰਾਫੀ ਨਹੀਂ ਕਰਵਾਇਆ, ਇੰਡੀਅਨ, ਤਾਂ ਉਹੋ ਜਿਹੇ ਕੁਐਸਚਨ ਵੀ ਜਿਹੜੇ ਬਾਰ-ਬਾਰ ਰਿਪੀਟ ਹੁੰਦੇ ਆ ਉਹ ਵੀ ਮੈਂ ਇਹਦੇ ਵਿੱਚ ਐਡ ਕਰਕੇ ਲੈ ਕੇ ਆਇਆ। ਪਰ ਉਹਦੇ ਨਾਲ ਤੁਹਾਨੂੰ ਆਪਦੇ ਨਾਲ ਹੈਂਡ ਰਿਟਨ, ਠੀਕ ਹੈ ਜੀ, ਨੋਟਸ ਬਣਾਉਣੇ ਨੇ ਤੁਸੀਂ ਆਪਣੇ। ਸਿਰਫ ਉਹ ਚੀਜ਼ ਨੋਟ ਕਰਨੀ ਆ ਜਿਹੜੀ ਮੈਂ ਤੁਹਾਨੂੰ ਕਹੂੰਗਾ, ਹਰੇਕ ਨਹੀਂ ਕਰਨੀ। ਸੋ ਹੁਣ ਆਪਾਂ ਟਾਈਮ ਨਾ ਖਰਾਬ ਕਰੀਏ, ਸ਼ੁਰੂ ਕਰੀਏ ਜੀ। ਹੁਣ ਜੀ ਇਹ ਸਾਰੇ, ਚਾਹੇ ਤੁਸੀਂ ਕੋਈ ਪੇਪਰ ਦੇਣਾ, PSSB ਦੇ ਸਾਰੇ ਪੇਪਰਾਂ ਲਈ, ਪੰਜਾਬ ਪੁਲਿਸ ਦੇ ਸਾਰਿਆਂ ਲਈ, ਹਾਈ ਕੋਰਟ ਦੇ ਕਲਰਕ ਲਈ, ਚਾਹੇ PPSC ਦਾ ਜਨਵਰੀ 2023 ਚ ਸੀਨੀਅਰ ਅਸਿਸਟੈਂਟ ਦਾ, ਨਾ ਹਰੇਕ ਪੇਪਰ ਲਈ ਮਹੱਤਵਪੂਰਨ MCQ ਹੋਣਗੇ। ਠੀਕ ਹੈ ਜੀ, ਸੋ ਅੱਜ ਆਪਾਂ 20 ਕੁਐਸਚਨ ਕਰਨ ਜਾ ਰਹੇ ਹਾਂ। ਲਓ ਜੀ, ਹੁਣ ਪਹਿਲਾ ਕੁਐਸਚਨ ਤੁਹਾਡੇ ਸਾਹਮਣੇ ਮੌਜੂਦ ਆ ਜੀ। ਹੁਣ ਜੀ ਸੂਚੀ ਮਿਲਾਓ, ਇਹਦੇ ਵਿੱਚ ਆਪਾਂ ਸਿਰਫ ਤੁਹਾਨੂੰ 5 ਸੈਕਿੰਡ ਦੇਣੇ ਆ, ਤੁਸੀਂ ਪਾਉਸ ਕਰਨਾ ਵਾ। ਠੀਕ ਆ, ਜਦੋਂ ਤੁਹਾਨੂੰ ਕੁਐਸਚਨ ਦਿਖ ਗਿਆ, ਹੁਣ ਤੁਹਾਨੂੰ ਕੁਐਸਚਨ ਦਿਖ ਰਿਹਾ, ਇਹਨੂੰ ਪਾਉਸ ਕਰਕੇ ਇੱਕ ਵਾਰੀ ਦੇਖ ਲਓ ਕਿ ਤੁਹਾਡੇ ਤੋਂ ਸੋਲਵ ਹੋ ਰਿਹਾ ਕਿ ਨਹੀਂ, ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਸੋਲਵ ਕਰਕੇ ਉਹਨੂੰ ਐਕਸਪਲੇਨ ਕਰ ਦਾਂਗਾ। ਠੀਕ ਆ, ਸਿਰਫ 5 ਸੈਕਿੰਡ ਦਾ ਟਾਈਮ। ਸੋ ਜੀ ਸਭ ਤੋਂ ਪਹਿਲਾਂ ਜੀ ਹੜੱਪਾ, ਉਹਨਾਂ ਨੇ ਇਹੋ ਜੀ ਮੈਚ ਦੀ ਲਿਸਟ ਬਹੁਤ ਆਉਂਦੀ ਹੁੰਦੀ ਆ, ਖਾਸ ਕਰ PPSC ਦੇ ਪੇਪਰਾਂ ਦੇ ਵਿੱਚ ਆਏਗੀ। ਵੈਸੇ ਮੈਂ ਮੈਚ ਦੀ ਲਿਸਟ ਇਹ ਤਾਂ ਲੈ ਕੇ ਆਇਆ ਵਾਂ ਕਿਉਂਕਿ ਇੱਕ ਕੁਐਸਚਨ ਦੇ ਵਿੱਚ, ਇਹਦੇ ਵਿੱਚ ਇੱਕ ਕੁਐਸਚਨ ਦੇ ਵਿੱਚ ਮੈਂ ਤੁਹਾਨੂੰ 10 ਚੀਜ਼ਾਂ ਯਾਦ ਕਰਵਾਉਣੀਆਂ ਨੇ। ਠੀਕ ਆ, ਜਿਹੜੀਆਂ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਆ। ਠੀਕ ਆ ਜੀ, ਸੋ ਹੜੱਪਾ ਉਹਨਾਂ ਨੇ ਪੁੱਛਿਆ ਜੀ ਕਿ ਕਿਹਨੇ ਡਿਸਕਵਰ ਕੀਤੀ ਸੀ, ਮੋਹਨਜੀਦਾਰੋ ਕਿਹਨੇ ਕੀਤੀ ਸੀ, ਲੋਥਲ ਕਿਹਨੇ ਕੀਤੀ ਸੀ, ਕਾਲੀਬੰਗਨ ਕਿਹਨੇ ਕੀਤੀ ਸੀ। ਠੀਕ ਆ ਜੀ, ਸੋ ਸ਼ੁਰੂ ਕਰਦੇ ਹਾਂ। ਹੁਣ ਆਹ ਕੋਡ ਦਿੱਤੇ ਹੋਏ ਨੇ ਕਿ ਹਾਂਜੀ ਹੜੱਪਾ ਕਿਹਨੇ ਕੀਤੀ ਸੀ, ਮੋਹਨਜੀਦਾਰੋ ਕਿਹਨੇ ਕੀਤੀ ਸੀ, ਲੋਥਲ ਕਿਹਨੇ ਕੀਤੀ ਸੀ। ਤਾਂ ਤੁਸੀਂ ਸੋਚ ਲੈਣਾ ਆਪਣੇ ਦਿਮਾਗ 'ਚ, ਤੁਸੀਂ ਸੋਚ ਲਿਆ ਹੋਏਗਾ। ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਹੁਣ ਦੱਸ ਦੇਵਾਂ ਕਿ ਇਹ ਕਿਹਦੇ ਨੇ ਕੀਤੀ ਆ। ਇਹ ਚੀਜ਼ ਨੋਟ ਨਹੀਂ ਕਰਨੀ ਕਿਉਂਕਿ ਮੈਂ ਆਲਰੇਡੀ ਤੁਹਾਨੂੰ PDF ਸ਼ੇਅਰ ਕੀਤੀ ਹੋਈ ਆ, ਐਂਸ਼ੀਅੰਟ ਹਿਸਟਰੀ ਦੀ ਕਲਾਸ ਨੰਬਰ 1। ਠੀਕ ਹੈ ਜੀ, ਨੋਟ ਕੁਝ ਵੀ ਨਹੀਂ ਕਰਨਾ, ਇੱਕ ਚੀਜ਼ ਵੀ ਨਹੀਂ ਐਡ ਕਰਨੀ ਤੁਸੀਂ ਇਹਦੇ ਵਿੱਚ ਆਪਦੇ ਵੱਲੋਂ। ਹੁਣ ਦੇਖੋ ਜੀ, ਹੜੱਪਾ ਦੀ ਸਾਈਟ ਆ ਜਿਹੜੀ, ਉਹ ਕਿਹਨੇ ਡਿਸਕਵਰ ਕੀਤੀ ਸੀ? ਇਹ ਕੀਤੀ ਸੀ ਜੀ ਦਇਆ ਰਾਮ ਸਾਨੀ ਨੇ। ਠੀਕ ਹੈ ਜੀ, ਕਦੋਂ ਡਿਸਕਵਰ ਕੀਤੀ ਸੀ? ਇਹ ਡਿਸਕਵਰ ਕੀਤੀ ਸੀ ਜੀ ਦਇਆ ਰਾਮ ਸਾਨੀ ਜੀ ਨੇ 1921। ਜੇਕਰ ਆਵੇ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਪਹਿਲੀ ਸਾਈਟ ਕਿਹੜੀ ਡਿਸਕਵਰ ਹੋਈ ਸੀ? ਹੜੱਪਾ ਹੋਈ ਸੀ 1921 ਚ, ਹੋਈ ਸੀ ਰਾਵੀ ਦੇ ਕੰਢੇ ਤੇ ਹੋਈ ਸੀ। ਠੀਕ ਹੈ ਜੀ, ਇਹ ਕੁਐਸਚਨ PSSB ਪਟਵਾਰੀ 2016 ਚ ਪੁੱਛਿਆ ਜਾ ਚੁੱਕਿਆ। ਠੀਕ ਹੈ, 1921 ਚ ਰਾਵੀ ਦੇ ਕੰਢੇ ਹੋਈ ਸੀ ਤੇ ਆਪਣਾ ਇਹ ਪਾਕਿਸਤਾਨ ਦੇ ਵਿੱਚ ਮੌਜੂਦ ਸੀ। ਠੀਕ ਹੈ, ਜਦੋਂ ਇਹ ਆਪਣਾ ਮਤਲਬ 1921 ਦੇ ਵਿੱਚ ਸਾਈਟਸ ਹੋਈ ਸੀ। ਹੁਣ ਸੈਕਿੰਡ, ਦੂਜਾ ਪੁਆਇੰਟ ਤੁਹਾਡੇ ਲਈ ਆਪਾਂ ਲੈ ਕੇ ਆਏ ਹਾਂ ਮੋਹਨਜੀਦਾਰੋ। ਠੀਕ ਹੈ ਜੀ, ਮੋਹਨਜੀਦਾਰੋ ਦੀ ਖੋਜ ਕਿਹਨੇ ਕੀਤੀ ਸੀ? RD ਬੈਨਰਜੀ। ਠੀਕ ਹੈ ਜੀ, ਆਹ ਆਪਣਾ ਨਾਲ ਮੈਚ ਦੀ ਲਿਸਟ ਹੋ ਰਹੇ ਆ ਤੁਹਾਡੇ ਸੋਲਵ। ਠੀਕ ਆ, ਹੁਣ RD ਬੈਨਰਜੀ ਨੇ ਇਹਦੀ ਸ਼ੁਰੂਆਤ ਕੀਤੀ ਸੀ, ਇਹਦੀ ਖੋਜ ਕੀਤੀ ਸੀ। ਕਦੋਂ ਕੀਤੀ ਸੀ? 1922। ਇਹਦੇ ਤੁਹਾਨੂੰ ਸਾਲ ਵੀ ਯਾਦ ਹੋਣੇ ਚਾਹੀਦੇ ਨੇ। ਠੀਕ ਹੈ ਜੀ, ਹੁਣ ਆਪਾਂ ਪਹਿਲਾਂ ਤੁਹਾਨੂੰ ਕਰਵਾਤਾ 1922 ਦੇ ਵਿੱਚ ਇਹਨਾਂ ਨੇ ਖੋਜ ਕੀਤੀ ਸੀ। ਠੀਕ ਆ ਜੀ, RD ਬੈਨਰਜੀ ਨੇ ਇਹਦੀ ਖੋਜ ਕੀਤੀ ਸੀ। ਆਹ ਲਿਖਿਆ ਹੀ ਹੋਇਆ RD ਬੈਨਰਜੀ, ਆਪਾਂ ਨੂੰ ਅੱਗੇ ਕੁਝ ਕਰਨ ਦੀ ਜ਼ਰੂਰਤ ਨਹੀਂ। ਹੁਣ ਸਭ ਤੋਂ ਮੇਨ, ਇਹ ਕਈ ਵਾਰ ਪੇਪਰ 'ਚ ਹੁੰਦਾ ਕਿ ਇਹਨੂੰ ਹੋਰ ਕੀ ਨਾਮ ਨਾਲ ਬੁਲਾਇਆ ਜਾਂਦਾ? ਮਾਊਂਟ ਆਫ ਡੈਡ ਦੇ ਨਾਮ ਨਾਲ ਵੀ ਇਹਨੂੰ ਬੁਲਾਇਆ ਜਾਂਦਾ ਵਾ। ਪੇਪਰ ਦੇ ਵਿੱਚ ਕਈ ਵਾਰ ਡਾਇਰੈਕਟ ਕੁਐਸਚਨ ਆ ਜਾਂਦਾ ਕਿ ਇਹਨੂੰ ਹੋਰ ਕਿਹੜੇ ਨਾਮ ਨਾਲ ਬੁਲਾਇਆ ਜਾਂਦਾ ਵਾ। ਠੀਕ ਆ ਜੀ, ਸੋ ਇਹ ਵੀ ਚੌਥੀ ਹੋ ਗਈ। ਇੰਡਸ ਰਿਵਰ ਦੇ ਉੱਤੇ ਇਹ ਸਥਿਤ ਆ, ਸਿੰਧ ਨਦੀ ਤੇ। ਨੈਕਸਟ ਆਪਾਂ ਕਰਦੇ ਹਾਂ ਜੀ, ਤੀਜੀ ਆ ਗਈ ਜੀ ਲੋਥਲ। ਹੁਣ ਜੀ ਆਹ ਤਾਂ ਸੀਗੀਆਂ ਜੀ ਸਾਡੀਆਂ ਪਹਿਲਾਂ ਪਾਕਿਸਤਾਨ ਦੀਆਂ 1921-22। ਹੁਣ ਜੀ ਲੋਥਲ ਆਈ ਸੀ ਜੀ ਆਪਣੀ ਅਰਵਿੰਦੋ ਘੋਸ਼ ਨੇ ਕੀਤੀ, ਸੌਰੀ ਅਰਵਿੰਦੋ ਘੋਸ਼ ਨੇ ਲੋਥਲ ਖੋਜ ਕੀਤੀ ਸੀ SR ਰਾਓ ਨੇ। ਠੀਕ ਆ, ਸੋ ਆਹ ਤਾਂ ਦੋਨੇ ਬਰਾਬਰ ਹੋ ਗਏ, ਇਹਨਾਂ ਨੇ ਕੀਤੀ ਸੀ। ਇਹ ਲੋਥਲ ਕੀਤੀ ਸੀ ਜੀ SR ਰਾਓ ਨੇ। ਠੀਕ ਆ, SR ਰਾਓ ਨੇ। ਠੀਕ ਆ ਜੀ, ਇਹਨੇ ਵੀ ਕਦੋਂ ਕੀਤੀ ਸੀ? 1953 ਈਸਵੀ ਦੇ ਵਿੱਚ ਕੀਤੀ ਸੀ ਇਹ ਸਾਈਟ, ਤੁਹਾਨੂੰ ਇਹ ਵੀ ਯਾਦ ਹੋਣੀ ਚਾਹੀਦੀ ਆ। ਠੀਕ ਆ, ਇਹ ਕਿੱਥੇ ਮੌਜੂਦ ਆ ਜੀ? ਗੁਜਰਾਤ ਦੇ ਵਿੱਚ ਭਾਗਵਾ ਰਿਵਰ ਦੇ ਉੱਤੇ ਸਥਿਤ ਆ ਇਹ। ਠੀਕ ਆ ਜੀ, ਭਾਗਵਾ ਰਿਵਰ ਵੀ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ। PDF ਦਿੱਤੀ ਹੋਈ ਆ, ਕੋਈ ਚੀਜ਼ ਨੋਟ ਨਾ ਕਰਿਓ, ਜਿਹੜੀ ਮੈਂ ਨੋਟ ਕਰਨ ਵਾਲੀ ਹੋਊਗੀ ਮੈਂ ਤੁਹਾਨੂੰ ਦੱਸ ਦੂੰਗਾ ਕਿ ਕਾਪੀ ਦੇ ਉੱਤੇ ਇਹਨੂੰ ਲਿਖ ਲਓ। ਠੀਕ ਆ ਜੀ, ਨੈਕਸਟ ਆ ਗਈ ਜੀ ਕਾਲੀਬੰਗਨ ਦੀ ਖੋਜ ਹੁਣ ਜੀ ਇਹ ਘੋਸ਼ ਨੇ ਕੀਤੀ ਸੀ। ਇਹ ਵੀ ਬਹੁਤ ਇੰਪੋਰਟੈਂਟ ਬਣਦੀ ਆ। ਠੀਕ ਆ, ਕਿਉਂਕਿ ਪੇਪਰ ਦੇ ਵਿੱਚ ਇਹ ਚੀਜ਼ ਪੁੱਛੀ ਜਾਂਦੀ ਆ। ਠੀਕ ਆ, ਹੁਣ ਜੀ ਇਹ ਜਿਹੜੀ ਕਾਲੀਬੰਗਨ ਸਾਈਟ ਆ, ਇਹ ਕਿਹੜੀ ਜਗ੍ਹਾ ਦੇ ਉੱਤੇ ਮੌਜੂਦ ਆ? ਰਾਜਸਥਾਨ ਦੇ ਹਨੂਮਾਨ
ਰਾਜਸਥਾਨ ਦੇ ਹਨੂਮਾਨਗੜ੍ਹ ਡਿਸਟ੍ਰਿਕਟ ਦੇ ਵਿੱਚ ਇਹ ਮੌਜੂਦ ਆ, ਘੱਗਰ ਰਿਵਰ ਦੇ ਉੱਤੇ ਸਥਿਤ ਆ। ਹੁਣ ਤੁਸੀਂ ਦੇਖ ਲਓ, ਇੱਕ ਕੁਐਸਚਨ ਤੁਸੀਂ ਕੀਤਾ, ਇੱਕ ਕੁਐਸਚਨ ਦੇ ਵਿੱਚ ਤੁਹਾਡੇ ਕਿੰਨੇ ਕੁਐਸਚਨ, 10 ਕੁਐਸਚਨ ਤੁਹਾਡੇ ਇੱਕ ਕੁਐਸਚਨ ਦੇ ਵਿੱਚ ਕਵਰ ਹੋ ਗਏ ਆ। ਸੋ ਇਸੇ ਤਰ੍ਹਾਂ ਹੀ ਆਪਾਂ ਕੋਸ਼ਿਸ਼ ਕਰਾਂਗੇ ਕਿ ਕੁਝ ਕੁਐਸਚਨ ਇਦਾਂ ਦੇ ਕਰਕੇ ਜਿਹਦੇ ਨਾਲ ਕਿ ਟਾਈਮ ਤੁਹਾਡਾ ਨਾ ਵੇਸਟ ਹੋਏ। ਹੁਣ ਜੀ ਦੂਜੇ ਕੁਐਸਚਨ ਤੇ ਚੱਲਦੇ ਹਾਂ, ਠੀਕ ਹੈ ਜੀ। ਸੋ ਇਹਦੀ ਆਪਸ਼ਨ ਕਿਹੜੀ ਸਹੀ ਬਣ ਗਈ ਜੀ? ਇਹਦੀ ਆਪਸ਼ਨ ਬਣ ਗਈ ਜੀ ਆਪਣੀ ਸਹੀ ਸੀ ਆਪਸ਼ਨ, ਠੀਕ ਹੈ ਜੀ। ਸੀ ਆਪਸ਼ਨ ਸਹੀ ਹੋ ਗਈ, ਇਹਨਾਂ ਦੀਆਂ ਬਰਾਬਰ ਬਣ ਗਈਆਂ। ਲੋਥਲ ਦਾ SR ਰਾਓ, ਕਾਲੀਬੰਗਨ ਆ ਗਿਆ ਜੀ ਏ ਘੋਸ਼। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ, 2 ਨੰਬਰ ਕੁਐਸਚਨ ਤੇ। ਹੁਣ ਜੀ ਆਹ ਕੁਐਸਚਨ ਆਪਾਂ ਤੁਹਾਨੂੰ ਮੈਡੀਵਲ ਹਿਸਟਰੀ 'ਚ ਕਰਵਾਇਆ ਹੋਇਆ ਵਾ, ਇਹ ਤੁਸੀਂ ਨਹੀਂ ਯਾਦ ਕਰਨਾ ਵਾ, ਠੀਕ ਹੈ ਜੀ। ਕਿਹੜੀ ਲੜਾਈ ਨੇ ਦਿੱਲੀ ਦਾ ਇਲਾਕਾ ਮੁਹੰਮਦ ਗੌਰੀ ਲਈ ਖੋਲ੍ਹ ਦਿੱਤਾ ਸੀ? ਸਿੰਪਲ ਚੀਜ਼ ਆ, ਠੀਕ ਹੈ ਜੀ। ਇਹ ਆਪਣਾ ਕਿਹੜੀ ਲੜਾਈ ਸੀ? ਸੈਕੰਡ ਬੈਟਲ ਆਫ ਤਰਾਈਨ, ਠੀਕ ਹੈ ਜੀ। ਇਹਨੇ ਇਲਾਕਾ ਜਿਹੜਾ ਸੀ ਮੁਹੰਮਦ ਗੌਰੀ ਨੇ ਜਦੋਂ ਇੱਥੇ ਆਪਣੇ ਇੰਡੀਆ ਦੇ ਵਿੱਚ ਆ ਗਿਆ ਸੀ, ਦਿੱਲੀ ਦਾ ਇਲਾਕਾ ਖੁੱਲ੍ਹ ਗਿਆ ਸੀ। ਹੁਣ ਦੇਖੋ ਜੀ, ਪਹਿਲੀ ਲੜਾਈ ਕਦੋਂ ਹੋਈ ਸੀ? ਇਹਦਾ ਆਨਸਰ ਤਾਂ B ਬਣ ਗਿਆ। 1191 ਈਸਵੀ ਦੇ ਵਿੱਚ ਤਰਾਈਨ ਦੀ ਪਹਿਲੀ ਲੜਾਈ ਹੋਈ ਸੀ ਮੁਹੰਮਦ ਗੌਰੀ ਤੇ ਨਾਲ ਇਹਦੇ ਕਿਹੜੀ ਸੀ? ਪ੍ਰਿਥਵੀ ਰਾਜ ਚੌਹਾਨ ਨਾਲ ਹੋਈ ਸੀ, ਠੀਕ ਆ। ਇਹਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ ਹਰਾਤਾ ਸੀ। ਫਿਰ ਮੁਹੰਮਦ ਗੌਰੀ ਨੂੰ ਬਾਅਦ ਚ ਇਹਨੇ ਪਹਿਲਾਂ ਇੱਕ ਵਾਰੀ ਫੜ ਲਿਆ ਸੀ, ਫਿਰ ਉਹਨੂੰ ਰਿਹਾ ਵੀ ਕਰਤਾ ਸੀ। ਪਰ ਇਹ 1 ਸਾਲ ਬਾਅਦ ਫੇਰ ਆ ਗਿਆ, ਠੀਕ ਆ। 1 ਸਾਲ ਬਾਅਦ ਦੁਬਾਰੇ ਫੇਰ ਆ ਕੇ ਇਹਨੇ ਹਮਲਾ ਕੀਤਾ, ਤਾਂ ਉਹ ਲੜਾਈ ਜਿਹੜੀ ਸੈਕੰਡ ਬੈਟਲ ਆਫ ਤਰਾਈਨ ਸੀ 1192 ਈਸਵੀ ਦੇ ਵਿੱਚ ਜਿਹੜੀ ਹੋਈ ਸੀ, ਇਹ ਕਿਹਨੇ ਜਿੱਤੀ ਸੀ? ਇਹ ਆਪਣੀ ਮੁਹੰਮਦ ਗੌਰੀ ਨੇ ਜਿੱਤ ਲਈ ਸੀ ਫਿਰ ਲੜਾਈ, ਠੀਕ ਆ। ਫਿਰ ਪ੍ਰਿਥਵੀ ਰਾਜ ਚੌਹਾਨ ਨੂੰ ਕੈਦ ਕਰ ਲਿਆ ਸੀ ਇਹਨਾਂ ਨੇ। ਸੋ ਇਹ ਚੀਜ਼ਾਂ ਹੁੰਦੀਆਂ ਨੇ, ਇਹ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ। ਹੁਣੇ ਰੀਸੈਂਟਲੀ ਇੱਕ ਪੇਪਰ ਦੇ ਵਿੱਚ ਪੁੱਛ ਲਿਆ ਉਹਨਾਂ ਨੇ ਕਿ ਕਿੱਥੇ ਹੋਈ ਸੀ? ਇੱਕ ਤਰੌੜ ਕਰਕੇ, ਠੀਕ ਆ ਜੀ, ਇਲਾਕਾ ਤਰੌੜ ਇਲਾਕਾ ਕਰਕੇ ਆ ਜਿਹੜੀ ਕਿ ਤਰਾਈਨ ਦੀ ਲੜਾਈ ਹੋਈ ਸੀ। ਇਹ ਚੀਜ਼ ਮਾਸਟਰ ਕੇਡਰ SST ਦੇ ਪੇਪਰ ਦੇ ਵਿੱਚ ਪੁੱਛ ਲਿਆ ਹੋਇਆ ਸੀ, ਠੀਕ ਆ ਜੀ ਹੁਣੇ, ਠੀਕ ਆ। ਸੋ ਇਹ ਵੀ ਇਸ ਤਰ੍ਹਾਂ ਤਰੌੜ ਆ, ਪਤਾ ਨਹੀਂ ਇਸ ਤਰ੍ਹਾਂ ਦਾ ਕੋਈ ਨਾਮ ਪੈਂਦਾ ਵਾ, ਠੀਕ ਆ। T ਤੋਂ ਪੈਂਦਾ ਵਾ, ਤਰੌੜ ਕਰਕੇ ਇਸ ਤਰ੍ਹਾਂ ਇਲਾਕਾ ਪੈਂਦਾ ਜਿੱਥੇ ਇਹ ਦੋਨੇ ਲੜਾਈਆਂ ਹੋਈਆਂ ਸੀ, ਠੀਕ ਆ। ਪਹਿਲੀ ਵੀ ਤੇ ਦੂਜੀ ਵੀ। ਨੈਕਸਟ ਚੱਲਦੇ ਹਾਂ ਜੀ ਹੁਣ ਆਪਾਂ, ਠੀਕ ਹੈ ਜੀ। ਸੋ ਥੋੜਾ ਜਿਹਾ ਹੋਰ ਦੱਸ ਦਈਏ ਤੁਹਾਨੂੰ, ਬੈਟਲ ਆਫ ਖਾਨਵਾ ਇਹ ਵੀ ਮੈਂ ਤੁਹਾਨੂੰ ਕਰਵਾਈ ਹੋਈ ਆ। ਇਹ ਲੜਾਈ ਕਦੋਂ ਹੋਈ ਸੀ ਜੀ? 1527 ਈਸਵੀ 'ਚ ਹੋਈ ਸੀ। ਇਹ ਵਾਲਾ ਸੇਮ ਕੁਐਸਚਨ ਵੀ ਪੁੱਛ ਚੁੱਕੀ ਆ ਸ਼ਾਇਦ SST ਦੇ ਮਾਸਟਰ ਕੇਡਰ ਦੇ ਵਿੱਚ, ਠੀਕ ਆ ਜੀ। ਸੋ 1527 'ਚ ਹੋਈ ਸੀ ਇਹ ਵਾਲੀ। ਸੋ ਮਾਸਟਰ ਕੇਡਰ ਦਾ ਪੇਪਰ ਕਿਹਨੇ ਲਿਆ ਸੀ ਜੀ? ਸ਼ਾਇਦ ਨੀਲਟ ਨੇ ਪੇਪਰ ਲਿਆ ਵਾ, ਠੀਕ ਆ। ਚੰਡੀਗੜ੍ਹ ਵਾਲੀ ਨੇ, ਨੀਲਟ ਨੇ ਪੇਪਰ ਲਿਆ। ਇਹਨੇ ਹੀ ਜ਼ਿਆਦਾਤਰ ਪੇਪਰ ਆਪਣੇ ਜਿਹੜੇ PSSB ਦੇ ਹੋਏ ਸੀ, ਇਹਨੇ ਹੀ ਕੰਡਕਟ ਕਰਵਾਏ ਸੀ, ਇਹੀ ਏਜੰਸੀ ਨੇ। ਤਾਂ ਕਰਕੇ ਮੈਂ ਕਹਿ ਰਿਹਾ, ਕਿਉਂਕਿ ਹਿਸਟਰੀ ਦੇ ਕੁਐਸਚਨ ਕਈ ਵਾਰ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਸਿੱਧੇ ਰਿਪੀਟ ਹੋ ਜਾਂਦੇ ਹੁੰਦੇ ਨੇ, ਠੀਕ ਹੈ ਜੀ। ਨੈਕਸਟ ਕਰਦੇ ਹਾਂ ਜੀ ਹੁਣ ਆਪਾਂ, ਠੀਕ ਹੈ ਜੀ। ਇਹ ਆਪਣੀ 1527 'ਚ ਹੋਈ ਸੀ, ਠੀਕ ਆ ਜੀ। ਇਹ ਬਾਬਰ ਦੀ ਲੜਾਈ ਸੀ, ਠੀਕ ਆ। ਤਾਂ ਆ ਗਈ ਜੀ ਪਹਿਲੀ ਲੜਾਈ ਪਾਣੀਪਤ ਦੀ। ਇਹ ਵੀ ਮੈਂ ਤੁਹਾਨੂੰ ਕਰਵਾਈ ਹੋਈ ਆ ਕਿ ਪਹਿਲੀ ਲੜਾਈ ਕਦੋਂ ਹੋਈ ਸੀ ਜੀ? 1526 ਈਸਵੀ 'ਚ ਲੜੀ ਹੋਈ ਸੀ ਬਾਬਰ ਤੇ। ਚਲੋ ਤੁਸੀਂ ਮੈਨੂੰ ਦੱਸਣਾ ਕਿ ਬਾਬਰ ਦੀ ਕਿਹਦੇ ਨਾਲ ਲੜਾਈ ਸੀ। ਇਹ ਤੁਹਾਡਾ ਹੋਮਵਰਕ ਆ ਕਿ ਬਾਬਰ ਦੀ ਇਬਰਾਹਿਮ ਲੋਧੀ ਨਾਲ ਲੜਾਈ ਹੋਈ ਸੀ ਜਾਂ ਸਿਕੰਦਰ ਲੋਧੀ ਨਾਲ ਲੜਾਈ ਹੋਈ ਸੀ। 2 ਆਪਸ਼ਨਾਂ ਦੇ ਦਿੱਤੀਆਂ, ਇਹ ਤੁਸੀਂ ਮੈਨੂੰ ਦੱਸਣਾ ਵਾ, ਠੀਕ ਆ। 1526 'ਚ ਫਿਰ ਹੋਈ ਜੀ ਦੂਜੀ ਬੈਟਲ, ਸੈਕੰਡ ਬੈਟਲ ਹੋਈ ਜੀ ਪਾਣੀਪਤ ਦੀ, ਜਿਹੜੀ ਕਿ 1556 ਈਸਵੀ 'ਚ ਹੋਈ ਸੀ, ਜਿਹੜੀ ਕਿ ਅਕਬਰ ਤੇ ਹੇਮੂ ਦੇ ਵਿਚਕਾਰ ਲੜੀ ਹੋਈ ਸੀ। ਬਹੁਤ ਵਾਰ ਪੁੱਛ ਚੁੱਕੀ ਆ PSSB ਇਹ ਵਾਲਾ ਕੁਐਸਚਨ, ਠੀਕ ਆ ਜੀ, 1556 'ਚ। ਸੋ ਇਹ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਇਹ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਹੁਣ ਜੀ ਨੈਕਸਟ ਚੱਲਦੇ ਹਾਂ ਜੀ ਆਪਾਂ ਅਗਲੇ ਆਪਣੇ ਕੁਐਸਚਨ ਤੇ, ਠੀਕ ਆ। ਸੋ ਬਸ ਇਹ ਚੀਜ਼ਾਂ ਨੇ, ਇਹ ਚੀਜ਼ਾਂ ਤੁਸੀਂ ਆਪਦੀਆਂ ਨੋਟ ਨਹੀਂ ਕਰਨੀਆਂ, ਮੇਰਾ ਤੁਹਾਨੂੰ ਕਰਵਾਇਆ ਹੋਇਆ ਵਾ, ਕਰਨ ਦੀ ਲੋੜ ਨਹੀਂ ਇਹ ਨੋਟ ਤੁਹਾਨੂੰ, ਠੀਕ ਆ। ਜਿਹੜੀ ਨੋਟ ਕਰਨ ਵਾਲੀ ਹੋਊਗੀ ਉਹ ਆਪਾਂ ਤੁਹਾਨੂੰ ਦੱਸ ਦਾਂਗੇ। ਤੀਜਾ ਕੁਐਸਚਨ ਉਹ ਕਹਿੰਦੇ ਜੀ ਅੰਡਰ ਕਿਹੜੀ, ਇਹਨਾਂ ਦੇ ਵਿੱਚੋਂ ਕਿਹੜੀ ਪ੍ਰਣਾਲੀ ਸੀ ਜਿਹਦੇ ਤਹਿਤ ਬ੍ਰਿਟਿਸ਼ ਸਰਕਾਰ ਨੇ ਕਿਸਾਨਾਂ ਤੋਂ ਸਿੱਧਾ ਰੈਵਨਿਊ ਕਲੈਕਟ ਕਰਨ ਲੱਗ ਗਈ ਸੀ? ਇਹ ਵੀ ਤੁਹਾਨੂੰ ਮੈਂ ਕਰਵਾ ਚੁੱਕਿਆ। ਮੈਂ ਮਾਡਰਨ ਹਿਸਟਰੀ ਦੀ 16 ਨੰਬਰ ਜਾਂ 17 ਨੰਬਰ ਕਲਾਸ 'ਚ ਮੇਰਾ ਤੁਹਾਨੂੰ ਕਰਵਾਇਆ ਹੋਇਆ, ਨੋਟ ਕਰਨ ਦੀ ਲੋੜ ਨਹੀਂ, ਇਹ ਵੀ ਕਰਵਾਇਆ ਹੋਇਆ ਵਾ, ਠੀਕ ਆ। ਸੋ ਇਹ ਕਿਹੜਾ ਸੀਗਾ ਜੀ? ਇੱਕ ਜ਼ਿਮੀਂਦਾਰੀ ਆ, ਇੱਕ ਰੋਇਟਵਾਰੀ ਆ, ਇੱਕ ਅੰਨਾਵਾਰੀ ਆ, ਇੱਕ ਦੇਸਾਵਾਰੀ ਆ। ਤੁਸੀਂ ਦੱਸਣਾ ਵਾ, ਇਹ ਆਪਦੇ ਦਿਮਾਗ ਦੇ ਵਿੱਚ ਸੋਚਣਾ ਵਾ ਕਿ ਇਹ ਕਿਹੜੀ ਪ੍ਰਥਾ ਸੀਗੀ ਜਿਹਦੇ ਤਹਿਤ ਸਿੱਧਾ ਕਿਸਾਨਾਂ ਤੋਂ ਸਿੱਧਾ ਮਾਲੀਆ ਇਕੱਠਾ ਹੁੰਦਾ ਸੀ। ਸੋ ਸਿੱਧੀ ਜੀ ਗੱਲ ਆ ਜੀ, ਇਹਦਾ ਆਨਸਰ ਬਣਦਾ ਜੀ ਰੋਇਟਵਾਰੀ। ਜਿਹੜੀ ਜ਼ਮੀਂਦਾਰੀ ਪ੍ਰਥਾ, ਨਾਂ ਤੋਂ ਹੀ ਪਤਾ ਲੱਗਦਾ ਕਿ ਇਹਨਾਂ ਨੂੰ ਜ਼ਮੀਂਦਾਰਾਂ ਨੂੰ ਇਹਨਾਂ ਨੇ ਹੈੱਡ ਬਣਾਤਾ ਸੀ, ਠੀਕ ਆ। ਜ਼ਮੀਂਦਾਰਾਂ ਨੂੰ ਹੈੱਡ ਬਣਾਤਾ ਸੀ ਇਹਨਾਂ ਨੇ ਕਿ ਜ਼ਮੀਂਦਾਰਾਂ ਨੇ ਕਿਸਾਨਾਂ ਤੋਂ ਇਕੱਠਾ ਕਰਕੇ ਪੈਸੇ, ਜਿਹੜਾ ਰੈਵਨਿਊ ਸੀ ਉਹ ਸਾਨੂੰ ਦੇਣਾ, ਤੇ ਇਹਦਾ 1/10 ਹਿੱਸਾ ਇਹਨਾਂ ਨੂੰ ਮਿਲਦਾ ਹੁੰਦਾ ਸੀਗਾ, ਠੀਕ ਆ ਜੀ। ਸੋ ਸੌਰੀ 1/11 ਹਿੱਸਾ ਇਹਨਾਂ ਨੂੰ ਦਿੰਦੇ ਹੁੰਦੇ ਸੀਗੇ ਜ਼ਮੀਂਦਾਰਾਂ ਨੂੰ, ਤੇ 10/11 ਮਤਲਬ 10 ਹਿੱਸੇ ਆਪ ਰੱਖ ਲੈਂਦੇ ਹੁੰਦੇ ਸੀਗੇ। ਸੋ ਇਹ ਚੀਜ਼ ਹੁੰਦੀ ਸੀ। ਇਸ ਤੋਂ ਬਾਅਦ ਕੀ ਹੁੰਦਾ ਵਾ ਜੀ? ਇਸ ਤੋਂ ਬਾਅਦ ਇੱਕ ਹੁੰਦਾ ਵਾ ਪੇਪਰ ਦੇ ਵਿੱਚ ਕੁਐਸਚਨ ਬਣਦਾ ਕਿ ਪਰਮਾਨੈਂਟ ਸੈਟਲਮੈਂਟ ਜ਼ਮੀਂਦਾਰੀ ਪ੍ਰਥਾ ਕਦੋਂ ਸ਼ੁਰੂ ਹੋਈ ਸੀ? 1793 ਦੇ ਵਿੱਚ, ਠੀਕ ਆ ਜੀ। ਕਿਹਨੇ ਸ਼ੁਰੂ ਕੀਤੀ ਸੀ? ਲਾਰਡ ਕਾਰਨਵਾਲਿਸ ਨੇ ਸ਼ੁਰੂ ਕੀਤੀ ਸੀ, ਠੀਕ ਆ ਜੀ, ਲਾਰਡ ਕਾਰਨਵਾਲਿਸ। ਸੋ ਇਹ ਚੀਜ਼ ਬਣਦੀ ਆ। ਇਹ ਪੇਪਰ ਦੇ ਵਿੱਚ ਬਹੁਤ ਵਾਰ ਚੀਜ਼ ਪੁੱਛ ਸਕੀ ਆ, ਆਪਾਂ ਕਰਵਾਇਆ ਹੋਇਆ, ਨੋਟ ਕਰਨ ਦੀ ਲੋੜ ਨਹੀਂ, ਬਸ ਮੈਂ ਆਪੇ ਦੱਸ ਦੂੰਗਾ ਤੁਹਾਨੂੰ ਕਿਹੜੀ ਚੀਜ਼ ਨੋਟ ਕਰਨੀ ਆ, ਕਿਹੜੀ ਚੀਜ਼ ਨਹੀਂ ਕਰਨੀ। ਹੁਣ ਦੇਖੋ ਜੀ, ਇਹਦਾ ਜ਼ਮੀਂਦਾਰੀ ਪ੍ਰਥਾ ਆਪਾਂ ਹੁਣ ਜਿਹੜਾ ਇਹਦਾ ਕੁਐਸਚਨ ਦਾ ਆਨਸਰ ਬਣਦਾ ਰਾਇਟਵਾਰੀ। ਰਾਇਟਵਾਰੀ ਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਹੋਇਆ ਵਾ ਕਿ ਜਿਹੜੀ ਰਾਇਟਵਾਰੀ ਪ੍ਰਥਾ ਸੀ ਉਹਦੇ ਵਿੱਚ ਇਹਨਾਂ ਨੇ ਕਿਸਾਨਾਂ ਨੂੰ ਜ਼ਮੀਨਾਂ ਦਾ ਮਾਲਕ ਬਣਾਤਾ ਸੀ, ਤੇ ਕਿਸਾਨਾਂ ਤੋਂ ਬਹੁਤ ਜ਼ਿਆਦਾ ਟੈਕਸ ਲਿਆ ਜਾਂਦਾ ਸੀ। ਟੈਕਸ ਰੈਵਨਿਊ ਬਹੁਤ ਜ਼ਿਆਦਾ ਇਕੱਠਾ ਕਰਦੇ ਹੁੰਦੇ, 50% 60% ਐਂ ਟੈਕਸ ਇਕੱਠਾ ਕਰਦੇ ਹੁੰਦੇ ਸੀ, ਠੀਕ ਆ। ਜਿਹਦੇ ਕੋਲ ਮੰਨ ਲਓ ਨਹੀਂ ਵੀ ਹੁੰਦਾ ਸੀ ਕਿਸਾਨਾਂ ਕੋਲੇ, ਉਹ ਕਰਜ਼ਾ ਕੁਰਜ਼ਾ ਲੈ ਕੇ ਦਿੰਦੇ ਹੁੰਦੇ ਸੀ। ਮਤਲਬ ਇਹ ਚੀਜ਼ ਹੁੰਦੀ ਸੀ। ਇੱਕ ਸੀਗੀ ਜੀ ਮਹਿਲਵਾੜੀ ਸਿਸਟਮ, ਇਹਦੇ ਵਿੱਚੋਂ ਵੀ ਪੇਪਰ 'ਚ ਹੁੰਦਾ। ਮਹਿਲਵਾੜੀ ਸਿਸਟਮ ਦੇ ਵਿੱਚ ਇਹਨਾਂ ਨੇ ਜ਼ਮੀਨਾਂ ਨੂੰ ਤੇ ਪਿੰਡਾਂ ਨੂੰ ਇਹਨਾਂ ਨੇ ਮਹਿਲ ਦੇ ਵਿੱਚ ਵੰਡਤਾ।
ਵੀ ਇਹ ਐਂ ਕਹਿੰਦੇ ਹੁੰਦੇ ਸੀ ਵੀ ਮਤਲਬ ਦੋ ਪਿੰਡ ਨੇ ਉਹਨੂੰ ਅਸੀਂ ਮਹਿਲ ਕਹਿ ਦਿੰਦੇ ਆ ਤੇ ਉਹਦੇ ਵਿੱਚ ਇਹਨਾਂ ਦਾ ਇੱਕ ਵਿਲੇਜ ਦਾ ਹੈਡਮੈਨ ਜਿਹੜਾ ਹੁੰਦਾ ਸੀ, ਠੀਕ ਆ, ਹੈਡਮੈਨ ਨੂੰ ਕਹਿੰਦੇ ਸੀ ਕਿ ਤੂੰ ਕਿਸਾਨਾਂ ਤੋਂ ਪੈਸੇ ਸਾਨੂੰ ਇਕੱਠੇ ਕਰਕੇ ਦੇਣੇ ਨੇ, ਠੀਕ ਆ, ਜਿਹੜੇ ਰੈਵਨਿਊ ਹੁੰਦਾ ਵਾ, ਤੇ ਜਿਹੜੇ ਪੈਸੇ ਇਕੱਠੇ ਕਰਕੇ ਦੇਣੇ ਨੇ ਉਹਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ ਸੀ, ਕਿਸਾਨ ਫਿਰ ਵੀ ਮਾਲਕ ਹੀ ਸੀ ਜ਼ਮੀਨ ਦੇ, ਮਤਲਬ ਉਹ ਹੈਡਮੈਨ ਨੂੰ ਮਾਲਕ ਨਹੀਂ ਸੀ ਬਣਾਇਆ। ਜਿਵੇਂ ਜ਼ਿੰਮੇਦਾਰੀ ਪ੍ਰਥਾ ਦੇ ਵਿੱਚ ਤਾਂ ਹੈਡਮੈਨ ਆਪਣੇ ਮਾਲਕ ਬਣਾਤਾ ਸੀ, ਕਿਸਾਨ ਆਪਣੇ ਜ਼ਮੀਂਦਾਰਾਂ ਨੂੰ, ਤੇ ਰੌਇਤਵਾਰੀ ਦੇ ਵਿੱਚ ਕਿਸਾਨਾਂ ਨੂੰ ਬਣਾਤਾ ਸੀ। ਸੋ ਤੀਜੀ ਦੇ ਵਿੱਚ ਮਹਿਲਵਾੜੀ ਸਿਸਟਮ ਦੇ ਵਿੱਚ ਵੀ ਕਿਸਾਨ ਹੀ ਮਾਲਕ ਸੀ, ਪਰ ਜਿਹੜੇ ਰੈਵਨਿਊ ਕਲੈਕਸ਼ਨ ਕੌਣ ਕਰਦੇ ਹੁੰਦੇ ਸੀ, ਇਹ ਕਰਦੇ ਹੁੰਦੇ ਸੀ ਆਪਣੇ ਹੈਡਮੈਨ। ਬਸ ਇੰਨੀ ਚੀਜ਼ ਆ, ਹੋਰ ਕੁਛ ਇਹਦੇ ਵਿੱਚ ਯਾਦ ਕਰਨ ਦੀ ਲੋੜ ਨਹੀਂ, ਇਹ ਮੈਂ ਤੁਹਾਨੂੰ ਕਰਵਾਇਆ ਹੋਇਆ ਵਾ, ਨੋਟ ਨਾ ਕਰਿਓ, ਠੀਕ ਆ ਜੀ। ਹੁਣ ਦੇਖੋ ਜੀ, ਆਹ ਵਾਲਾ ਕੁਐਸਚਨ ਆ ਪੇਪਰ ਦੇ ਵਿੱਚ ਬਹੁਤ ਇੰਪੋਰਟੈਂਟ ਚੀਜ਼ਾਂ ਬਣਦੀਆਂ ਨੇ, ਠੀਕ ਆ। ਸੋ ਹਿਸਟਰੀ ਦੇ ਜਿੱਦਾਂ ਆਪਾਂ 5 ਕੁਐਸਚਨ ਮੈਂ ਤੁਹਾਡੇ ਲਈ ਇਹਦੇ ਚ ਐਡ ਕਰਤੇ, 4-5 ਕੁਐਸਚਨ ਮੈਂ ਤੁਹਾਡੇ ਇਹਦੇ ਚ ਪੋਲਿਟੀ ਦੇ ਕਰਤੇ, ਇਕਨੋਮਿਕਸ ਦੇ ਵੀ ਕੀਤੇ ਹੋਏ ਆ, ਪੰਜਾਬ ਜੀਕੇ ਵੀ ਆ, ਜੀਓਗ੍ਰਾਫੀ ਵੀ ਆ, ਸਾਰੇ ਕੁਐਸਚਨ, ਸਟੈਟਿਕ ਜੀਕੇ ਵੀ ਆ, ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਐਡ ਕਰਕੇ ਲੈ ਕੇ ਆਇਆ। 20 ਦੇ ਵਿੱਚ ਤੁਹਾਨੂੰ ਮੈਂ ਬਹੁਤ ਕੁਐਸਚਨ ਕਵਰ ਕਰਾ ਦੇਣੇ ਆ। ਸੋ ਆ ਮੈਚ ਦੀ ਲਿਸਟ ਆ ਗਈ ਜੀ, ਤੁਸੀਂ ਇੱਕ ਵਾਰੀ ਦੇਖ ਲੈਣਾ ਕਿ ਲਾਰਡ ਕਲਾਈਵ ਦਾ ਸੰਬੰਧ ਕਿਹਦੇ ਨਾਲ ਆ, ਵੈਲਸਲੀ ਦਾ ਕਿਹਦੇ ਨਾਲ, ਲਾਰਡ ਡਲਹੌਜੀ ਕਿਹਦੇ ਨਾਲ, ਤੇ ਲਾਰਡ ਕਰਜ਼ਨ ਕਿਹਦੇ ਨਾਲ ਆ, ਠੀਕ ਆ ਜੀ। ਇਹ ਪੌਜ਼ ਕਰਕੇ ਤੁਸੀਂ ਕਰ ਦੇਵਾਂ, ਪਰ ਮੈਂ ਤੁਹਾਨੂੰ ਹੁਣ ਕਰਵਾਉਣ ਲੱਗਿਆ। ਦੇਖੋ ਜੀ, ਲਾਰਡ ਕਲਾਈਵ ਜਿਹੜਾ ਸੀ ਨਾ, ਲਾਰਡ ਕਲਾਈਵ ਨੇ ਕੀ ਕੀਤਾ ਸੀ, ਡਿਊਲ ਗਵਰਨਮੈਂਟ ਆਫ ਬੰਗਾਲ ਸਟਾਰਟ ਕੀਤਾ ਸੀ। ਕਦੋਂ ਸਟਾਰਟ ਕੀਤਾ ਸੀ? ਇਹਨੇ ਕੀਤਾ ਸੀ 1756 ਈਸਵੀ ਚ, ਠੀਕ ਆ ਜੀ। ਸੋ ਬੰਗਾਲ ਦਾ ਪਹਿਲਾ ਗਵਰਨਰ ਸੀਗਾ ਇਹ ਲਾਰਡ ਕਲਾਈਵ, ਠੀਕ ਆ, ਪਹਿਲਾ ਗਵਰਨਰ ਸੀਗਾ ਬੰਗਾਲ ਦਾ, ਜਿਹਨੇ ਕਿ 1756 ਦੇ ਵਿੱਚ, ਠੀਕ ਆ ਜੀ, ਉਸ ਤੋਂ ਬਾਅਦ ਬਣਿਆ ਸੀਗਾ। ਸੋ 1756 ਦੇ ਵਿੱਚ ਇਹਨੂੰ ਆਪਣਾ ਡਿਊਲ ਗਵਰਨਮੈਂਟ ਆਫ ਬੰਗਾਲ ਇਹਨੇ ਸਟਾਰਟ ਕੀਤਾ ਸੀ। ਪਹਿਲੀ ਗੱਲ ਤਾਂ ਇਹ। ਹੁਣ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆਵੇ ਕਿ ਡਿਊਲ ਗਵਰਨਮੈਂਟ ਨੂੰ ਅਬੋਲਿਸ਼ ਕਿਹਨੇ ਕੀਤਾ ਸੀ, ਅਬੋਲਿਸ਼ ਦੇ ਵਿੱਚ ਸਿੱਧੀ ਗੱਲ ਆ ਜੀ, ਇਹ ਕੀਤਾ ਸੀ ਜੀ 1772 ਦੇ ਵਿੱਚ, ਆਈ ਥਿੰਕ, ਹਾਂਜੀ 1772 ਦੇ ਵਿੱਚ ਜੀ ਵਾਰਨ ਹੇਸਟਿੰਗ ਨੇ ਕੀਤਾ ਸੀ। ਇਹ ਵੀ ਬਹੁਤ ਵਾਰ ਪੁੱਛ ਚੁੱਕੀ ਆ, ਠੀਕ ਆ ਜੀ, ਕੋਈ ਵੀ ਬੋਰਡ ਆ, ਵਾਰਨ ਹੇਸਟਿੰਗ ਨੇ, ਇਹ ਵਾਲਾ ਕੁਐਸਚਨ ਬਹੁਤ ਵਾਰ ਰਿਪੀਟ ਹੁੰਦਾ। ਇਹ ਦੋਨੇ ਚੀਜ਼ਾਂ ਯਾਦ ਹੋਣਾ ਚਾਹੀਦੀਆਂ ਕਿ ਡਿਊਲ ਗਵਰਨਮੈਂਟ ਸਟਾਰਟ ਕਿਹਨੇ ਕੀਤਾ ਸੀ, ਲਾਰਡ ਕਲਾਈਵ ਨੇ ਕੀਤਾ ਸੀ, 1756 ਚ ਕੀਤਾ ਸੀ, ਤੇ ਆਪਣਾ ਵਾਰਨ ਹੈਸਟਿੰਗ ਨੇ ਇਹਨੂੰ ਡਿਊਲ ਗਵਰਨਮੈਂਟ ਆਫ ਬੰਗਾਲ ਨੂੰ ਖਤਮ ਕਰਤਾ ਸੀ 1772 ਦੇ ਵਿੱਚ। ਬਸ ਇਹ ਚੀਜ਼ ਹੋ ਗਈ, ਠੀਕ ਆ ਜੀ। ਹੁਣ ਨੈਕਸਟ ਆ ਗਿਆ ਜੀ ਤੁਹਾਡਾ, ਇਹਦਾ ਤਾਂ ਆਨਸਰ ਤੁਹਾਡਾ ਬਣ ਗਿਆ ਜੀ ਡਿਊਲ ਗਵਰਨਮੈਂਟ ਆਫ ਬੰਗਾਲ, ਠੀਕ ਆ। ਹੁਣ ਲਾਰਡ ਵੈਲਸਲੀ ਨੇ ਕੀ ਸ਼ੁਰੂਆਤ ਕੀਤੀ ਸੀ? ਲਾਰਡ ਵੈਲਸਲੀ ਨੇ ਸ਼ੁਰੂ ਕੀਤਾ ਜੀ ਸਬਸਿਡਰੀ ਅਲਾਈਅੰਸ। ਕੁਛ ਨਾ ਨੋਟ ਕਰਿਓ, ਤੁਹਾਨੂੰ ਪੀਡੀਐਫ ਮੈਂ ਪ੍ਰੋਵਾਈਡ ਕੀਤੀ ਹੋਈ ਆ, ਕੁਛ ਨੋਟ ਨਹੀਂ ਕਰਨਾ, ਬਸ ਉਹ ਜਿਹੜੀਆਂ ਮੈਂ ਤੁਹਾਨੂੰ ਪੀਡੀਐਫ ਪ੍ਰੋਵਾਈਡ ਕੀਤੀ ਹੋਈਆਂ ਉਹ ਯਾਦ ਕਰੋ। ਲਾਰਡ ਵੈਲਸਲੀ ਆ ਜਿਹੜਾ ਜੀ, ਲਾਰਡ ਵੈਲਸਲੀ ਨੇ ਸਬਸਿਡਰੀ ਅਲਾਈਅੰਸ ਸਾਈਨ ਕੀਤੀ ਸੀ, ਸ਼ੁਰੂ ਕੀਤਾ ਸੀ। ਹੁਣ ਇਹਦੇ ਤਹਿਤ ਕੀ ਹੁੰਦਾ ਸੀ ਨਾ, ਸਬਸਿਡਰੀ ਅਲਾਈਅੰਸ ਦੇ ਤਹਿਤ ਕੀ ਹੁੰਦਾ ਸੀ ਕਿ ਇਹ ਕਹਿ ਦਿੰਦੇ ਹੁੰਦੇ ਸੀ ਕਿ ਇੱਕ ਸਹਾਇਕ ਸੰਧੀ, ਜਿਹਨੂੰ ਆਪਾਂ ਸਹਾਇਕ ਸੰਧੀ ਕਹਿ ਦਿੰਦੇ ਆ, ਕੀਤਾ ਹੋਇਆ ਆਪਣਾ ਸਹਾਇਕ ਸੰਧੀ ਸਾਈਨ ਕਰਵਾਉਂਦੇ ਹੁੰਦੇ ਸੀ ਕਿਸੇ ਵੀ ਰਾਜੇ ਮਹਾਰਾਜਿਆਂ ਨੂੰ ਕਿ ਹਾਂ ਵੀ ਤੁਸੀਂ ਸਾਡੇ ਅਧਿਕਾਰ ਦੇ ਖੇਤਰਾਂ ਸ਼ਾਸਨ ਤੁਸੀਂ ਕਰੋ, ਪਰ ਹੈੱਡ ਅਸੀਂ ਆ, ਮਤਲਬ ਤੁਸੀਂ ਆਪਦੇ ਤਰੀਕੇ ਨਾਲ ਕਰੋ ਵੀ, ਪਰ ਜੇ ਤੁਸੀਂ ਕਿਸੇ ਨਾਲ ਲੜਾਈ ਲੜਨੀਆਂ ਜਾਂ ਕੋਈ ਮਹੱਤਵਪੂਰਨ ਨਿਰਣਾ ਲੈਣਾ ਵਾ ਤਾਂ ਸਾਡੇ ਬੰਦਿਆਂ ਤੋਂ ਲੈਣਾ, ਵੀ ਸਾਡਾ ਇੱਕ ਰੈਜ਼ੀਡੈਂਟ ਬ੍ਰਿਟਿਸ਼ ਵੱਲੋਂ ਤੁਹਾਡਾ ਇੱਥੇ ਹੈੱਡ ਹੋਊਗਾ। ਇਹ ਚੀਜ਼ ਹੁੰਦੀ ਸੀ ਸਹਾਇਕ ਸੰਧੀ। ਮਤਲਬ ਸਹਾਇਕ ਸੰਧੀ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਇਹ ਕਰਦੇ ਹੁੰਦੇ, ਨਹੀਂ ਉਹ ਕਹਿੰਦੇ ਹੁੰਦੇ ਸੀ ਨਹੀਂ ਅਸੀਂ ਤੁਹਾਡੇ ਤੇ ਹਮਲਾ ਕਰਕੇ ਫਿਰ ਅਸੀਂ ਸਿੱਧਾ ਅਧਿਕਾਰ ਲੈ ਲਾਂਗੇ। ਮੈਂ ਤੁਹਾਨੂੰ ਇਹ ਵੀ ਕਰਵਾਇਆ ਹੋਇਆ। ਹੁਣ ਜੀ ਲਾਰਡ ਡਲਹੌਜੀ, ਲਾਰਡ ਡਲਹੌਜੀ ਦਾ ਸਿੱਧਾ ਤਾਲੁਕਾਤ ਆ ਜੀ ਡਾਕਟ੍ਰਿਨ ਆਫ ਲੈਪਸ। ਡਾਕਟ੍ਰਿਨ ਆਫ ਲੈਪਸ ਕੀ ਸੀ ਜੀ? ਇਹਦੇ ਵਿੱਚ ਕੀ ਹੁੰਦਾ ਸੀ ਕਿ ਗੋਦ ਲੈਣ ਦੀ ਜਿਹੜੀ ਪ੍ਰਥਾ ਸੀਗੀ ਉਹਨੂੰ ਇਹਨਾਂ ਨੇ ਮਨਾਹੀ ਕਰਤੀ ਸੀ ਡਾਕਟ੍ਰਿਨ ਆਫ ਲੈਪਸ ਦੇ ਵਿੱਚ। ਤੇ ਇਹਦੇ ਤਹਿਤ ਮੰਨ ਲਓ ਕੋਈ ਰਾਜਾ ਵਾ, ਠੀਕ ਆ, ਇੱਕ ਰਾਜਾ ਲਾਰਡ ਡਲਹੌਜੀ ਹੁਣੇ ਕਹਿੰਦੇ ਜੀ ਰਾਜਾ ਵਾ, ਰਾਜੇ ਦਾ ਮੰਨ ਲਓ ਕੋਈ ਪੁੱਤਰ ਨਹੀਂਗਾ, ਠੀਕ ਆ ਜੀ, ਕੋਈ ਸਨ ਨਹੀਂਗਾ ਰਾਜੇ ਦਾ, ਤਾਂ ਕੀ ਹੁੰਦਾ ਸੀ ਜਦੋਂ ਰਾਜਾ ਮਰ ਜਾਂਦਾ ਸੀ ਜਾਂ ਉਹ ਹੋ ਜਾਂਦਾ ਸੀ ਤਾਂ ਬ੍ਰਿਟਿਸ਼ਰ ਕੀ ਕਰਦੇ ਹੁੰਦੇ ਸੀ, ਕਹਿੰਦੇ ਤੁਸੀਂ ਪੁੱਤਰ ਜੇ ਗੋਦ ਲੈਣਾ ਵਾ ਸਾਡੇ ਤੋਂ ਪਰਮਿਸ਼ਨ ਲਓ ਆ ਕੇ, ਠੀਕ ਆ ਜੀ, ਅਦਰਵਾਈਜ਼ ਅਸੀਂ ਜਿਹੜਾ ਇਹਦੇ ਤਹਿਤ ਦੇ ਉੱਤੇ ਇਹਨਾਂ ਨੇ ਬਹੁਤ ਸਾਰੇ ਰਾਜਾਂ ਦੇ ਉੱਤੇ ਉਹ ਸਥਾਪਿਤ ਕਰ ਲਿਆ ਸੀ ਆਪਦਾ, ਠੀਕ ਆ। ਲਾਰਡ ਕਰਜ਼ਨ ਨੇ ਆਪਣਾ ਇੰਡੀਅਨ ਯੂਨੀਵਰਸਿਟੀ ਐਕਟ ਸਥਾਪਿਤ ਕੀਤਾ ਸੀ। ਕਦੋਂ ਕੀਤਾ ਸੀ ਜੀ? 1904 ਈਸਵੀ ਦੇ ਵਿੱਚ। ਨਾਇਬ ਤਹਿਸੀਲਦਾਰ ਦੇ ਵਿੱਚ ਪੁੱਛ ਲਿਆ ਹੋਇਆ ਇਹ ਕੁਐਸਚਨ, ਠੀਕ ਆ, ਪੀਪੀਐਸਸੀ ਦੇ। ਲਾਰਡ ਕਰਜ਼ਨ ਨੇ 1904 ਦੇ ਵਿੱਚ ਇਹ ਸਾਈਨ ਕੀਤਾ ਸੀ, ਠੀਕ ਆ। ਸੋ ਇਹ ਚੀਜ਼ਾਂ ਬਣਦੀਆਂ ਨੇ, ਤੁਹਾਨੂੰ ਇਹ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ ਨੇ, ਬਹੁਤ ਇੰਪੋਰਟੈਂਟ ਚੀਜ਼ਾਂ ਬਣਦੀਆਂ ਨੇ, ਠੀਕ ਆ। ਸੋ ਦੇਖ ਲਓ ਜੀ ਹੁਣ ਇਹਦੇ ਵਿੱਚ ਆਪਣੀ ਆਪਸ਼ਨ ਕਿਹੜੀ ਸਹੀ ਬਣਦੀ ਆ। ਸੋ ਇਹ ਚੀਜ਼ਾਂ ਬਸ ਯਾਦ ਕਰਨੀਆਂ, ਹੋਰ ਇਹਦੇ ਵਿੱਚ ਕੁਝ ਵੀ ਹੋਰ ਯਾਦ ਕਰਨ ਦੀ ਲੋੜ ਨਹੀਂ, ਠੀਕ ਆ ਤੁਹਾਨੂੰ। ਸੋ ਚੀਜ਼ਾਂ ਤੁਹਾਨੂੰ ਮੈਂ ਪ੍ਰੋਵਾਈਡ ਕਰਵਾਈਆਂ ਹੋਈਆਂ, ਹੋਰ ਕੁਝ ਨਾ ਕਰਿਓ, ਠੀਕ ਆ ਜੀ। ਸੋ ਲਾਰਡ ਕਲਾਈਵ ਦਾ ਕੌਣ ਸੀ ਜੀ? ਆਪਣਾ ਲਾਰਡ ਕਲਾਈਵ ਸੀ ਜੀ ਡਿਊਲ ਗਵਰਨਮੈਂਟ। ਸੋ ਇਹ ਦਾ ਚੌਥਾ ਦੇਖ ਲਓ ਜੀ, ਆ ਵੀ ਆਪਸ਼ਨ ਐਲੀਮੀਨੇਟ ਹੋ ਗਈ, ਆ ਵੀ ਆਪਸ਼ਨ। ਪੀਪੀਐਸਸੀ ਵਾਲੇ ਧਿਆਨ ਦਿਓ, ਠੀਕ ਆ ਜੀ, ਖਾਸ ਕਰ ਜਿਹੜੇ ਇਹੋ ਜਿਹੇ ਕੁਐਸਚਨ ਆਉਂਦੇ ਨੇ ਆਪਸ਼ਨਸ ਐਲੀਮੀਨੇਟ ਕਰ ਦਿਆ ਕਰੋ, ਇੱਕ ਚੀਜ਼ ਤੁਹਾਨੂੰ ਪਤਾ ਲੱਗ ਗਈ। ਲਾਰਡ ਕਲਾਈਵ ਨੇ ਇਹ ਕੀਤੀ। ਹੁਣ ਇਹਨਾਂ ਦੇ ਵਿੱਚ ਟਾਈ ਹੋ ਗਿਆ, ਇਹਨਾਂ ਦੇ ਵਿੱਚੋਂ ਤੁਹਾਨੂੰ ਜੇ ਇੱਕ ਵੀ ਪਤਾ ਵਾ ਤੁਸੀਂ ਆਰਾਮ ਦੇ ਨਾਲ ਇਹਨੂੰ ਐਲੀਮੀਨੇਟ ਕਰ ਸਕਦੇ। ਮੰਨ ਲਓ ਤੁਹਾਨੂੰ ਲਾਰਡ ਡਲਹੌਜੀ ਕਰਾਇਆ ਸੀ ਕਿ ਸੀ ਦਾ ਤੀਜਾ ਆਉਣਾ, ਸੀ ਦੇ ਵਿੱਚ ਤੀਜਾ ਦੇਖ ਲਓ ਕਿਤੇ ਚ ਆ ਗਿਆ ਜੀ, ਬਸ ਇਹਨੂੰ ਕੱਟ ਕਰੋ, ਆ ਵੀ ਕੱਟ ਹੋ ਗਿਆ, ਤੁਹਾਡਾ ਆਰਾਮ ਨਾਲ ਸਿੱਧਾ ਆਨਸਰ ਬਣਦਾ ਵਾ। ਇਹੋ ਜਿਹੇ ਕੁਐਸਚਨ ਦਾ ਸਗੋਂ ਈਜ਼ੀ ਹੁੰਦੇ ਨੇ ਜੇਕਰ ਤੁਹਾਨੂੰ ਇੱਕ ਜਾਂ ਦੋ ਵੀ ਪਤਾ ਵਾ, ਠੀਕ ਹੈ ਜੀ। ਆਪਸ਼ਨਸ ਐਲੀਮੀਨੇਟ ਕਰਕੇ ਜ਼ਿਆਦਾਤਰ ਇਹੋ ਜਿਹੇ ਕੁਐਸਚਨ ਪੀਪੀਐਸਸੀ ਪੁੱਛਦਾ, PSS ਵਿੱਚ ਇਹੋ ਜਿਹੇ ਕੁਐਸਚਨ ਬਹੁਤ ਘੱਟ ਆਉਂਦੇ ਨੇ। ਸੋ ਇਹ ਚੀਜ਼ ਸੀਗੀ ਜੀ।
ਸੋ ਇਹ ਚੀਜ਼ ਮੈਂ ਤੁਹਾਨੂੰ ਸਟੇਟਮੈਂਟ ਵਾਈਜ਼ ਤਾਂ ਲੈ ਕੇ ਆਇਆ ਕਿਉਂਕਿ ਇਹਦੇ ਨਾਲ ਮੈਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਕੁਐਸਚਨ ਕਵਰ ਕਰਾ ਸਕਦਾ। ਹਰੇਕ ਚੀਜ਼ ਨਹੀਂ ਮੈਂ ਤੁਹਾਨੂੰ ਸਟੇਟਮੈਂਟ ਵਾਈਜ਼ ਲੈ ਕੇ ਆਵਾਂਗਾ। ਸੋ ਕੁਝ ਕੁਐਸਚਨ ਸਟੇਟਮੈਂਟ ਵਾਈਜ਼ ਵੀ ਹੋਣਗੇ ਜਿਹੜੇ ਪੀਪੀਐਸਸੀ ਲਈ ਇੰਪੋਰਟੈਂਟ ਹੋਣਗੇ, PSSB ਤੇ ਪੰਜਾਬ ਪੁਲਿਸ ਲਈ ਵੀ। ਹੁਣ ਆ ਗਿਆ ਜੀ 5 ਨੰਬਰ ਕੁਐਸਚਨ। 5 ਨੰਬਰ ਕੁਐਸਚਨ ਦੇ ਵਿੱਚ ਜੀ ਮੈਚ ਲਿਸਟ 1 ਐਂਡ 2 ਇਹਦੇ ਚ ਕਰੈਕਟ ਆਨਸਰ ਦੱਸਣਾ ਤੁਸੀਂ ਕਿਹੜਾ ਵਾ ਜੀ। ਖਿਲਾਫਤ ਮੂਵਮੈਂਟ, ਚੌਰਾ ਚੌਰੀ ਇੰਸੀਡੈਂਟ, ਆਪਣਾ ਆ ਗਿਆ ਜੀ ਚੰਪਾਰਨ ਮੂਵਮੈਂਟ ਤੇ ਫਸਟ ਰਾਊਂਡ ਟੇਬਲ ਕਾਨਫਰੰਸ। ਇਹਦਾ ਤੁਸੀਂ ਬਿਲਕੁਲ ਪਰਫੈਕਟ ਆਨਸਰ ਦੱਸਣਾ ਵਾ ਜੀ, ਠੀਕ ਹੈ ਜੀ। ਇਹ ਸੋ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਸਿੱਧੀ ਸਿੱਧੀ ਬਣਦਾ ਵਾ ਜੀ ਖਿਲਾਫਤ ਮੂਵਮੈਂਟ ਦਾ ਜਿਹੜਾ ਸੀਗਾ ਇਹ ਸੀਗਾ ਜੀ 1919-20 ਦੇ ਵਿੱਚ, ਠੀਕ ਆ। ਇਹ ਵਾਲਾ ਕਰੈਕਟ ਹੋ ਗਿਆ ਆਪਣਾ, ਠੀਕ ਆ। ਚੌਰਾ ਚੌਰੀ ਇੰਸੀਡੈਂਟ ਕਦੋਂ ਹੋਇਆ ਸੀ ਜੀ? ਚੌਰਾ ਚੌਰੀ ਇੰਸੀਡੈਂਟ ਹੋਇਆ ਸੀ ਜੀ ਆਪਣਾ 1922 ਦੇ ਵਿੱਚ, ਜਦੋਂ ਪੁਲਿਸ ਵਾਲਿਆਂ ਨੂੰ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਮਾਰਤਾ ਸੀ ਤੇ ਪੁਲਿਸ ਸਟੇਸ਼ਨ ਦੇ ਵਿੱਚ ਅੱਗ ਲਾਤੀ ਸੀ, ਠੀਕ ਆ। ਜਦੋਂ ਆਪਣੀ ਕਿਹੜੀ ਨਾਨ ਕੋਆਪਰੇਸ਼ਨ ਮੂਵਮੈਂਟ ਚੱਲਦੀ ਪਈ ਸੀ, ਠੀਕ ਆ, ਜਿਹੜੀ ਮਹਾਤਮਾ ਗਾਂਧੀ ਨੇ ਲਾਂਚ ਕੀਤੀ ਸੀ। ਉਸ ਤੋਂ ਬਾਅਦ ਮਹਾਤਮਾ ਗਾਂਧੀ ਨੇ ਆਪਦਾ ਜਿਹੜਾ ਸੀਗਾ ਨਾਨ ਕੋਆਪਰੇਸ਼ਨ ਮੂਵਮੈਂਟ ਮਤਲਬ ਖਤਮ ਕਰਤੀ ਸੀ, ਠੀਕ ਆ, ਰੋਕ ਲਾਤੀ ਸੀ ਵੀ ਹਾਂਜੀ ਹੁਣ ਨਹੀਂ ਅਸੀਂ ਕਰਨੀ ਕਿਉਂਕਿ ਇਹ ਹਿੰਸਾ ਹੋ ਰਹੀ ਆ, ਵੀ ਅਸੀਂ ਹਿੰਸਾ ਦਾ ਪਾਲਨ ਕਰਦੇ ਆ, ਇਹਦੇ ਵਿੱਚ ਲੜਾਈ ਝਗੜਾ ਹੋ ਰਿਹਾ, ਇਹਦੇ ਵਿੱਚ ਕਤਲੇਆਮ ਨਹੀਂ ਹੋਣਾ ਚਾਹੀਦਾ, ਠੀਕ ਆ ਜੀ। ਇਹ ਚੀਜ਼ ਹੈਗੀ। ਚੰਪਾਰਨ ਮੂਵਮੈਂਟ ਆਪਣੀ ਮਹਾਤਮਾ ਗਾਂਧੀ ਦੇ ਜਿਹੜਾ ਪਹਿਲਾ ਅੰਦੋਲਨ ਸੀਗਾ, ਸੱਤਿਆਗ੍ਰਹਿ ਸੀਗਾ, ਠੀਕ ਹੈ। ਚੰਪਾਰਨ ਮੂਵਮੈਂਟ ਇਹ ਵੀ ਆਪਾਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਮਾਡਰਨ ਹਿਸਟਰੀ 'ਚ ਕਰਵਾਇਆ ਹੋਇਆ। ਸੋ ਮੇਰੇ ਅਕੋਰਡਿੰਗ ਇਹ ਵੀ ਤੁਹਾਨੂੰ ਜ਼ਿਆਦਾਤਰ ਸਮਝਾਉਣ ਦੀ ਜ਼ਰੂਰਤ ਨਹੀਂ ਹੈਗੀ ਜੀ, ਠੀਕ ਆ। ਸੋ ਇਹ ਚੀਜ਼ਾਂ ਹੁੰਦੀਆਂ ਨੇ, ਜੇਕਰ ਇਹ ਚੀਜ਼ ਤੁਸੀਂ ਕਰੋਗੇ ਤਾਂ ਆਰਾਮ ਨਾਲ ਤੁਹਾਡਾ ਹੋ ਜਾਏਗਾ। ਹੁਣ ਜੀ ਫਸਟ ਰਾਊਂਡ ਟੇਬਲ ਕਾਨਫਰੰਸ ਕਦੋਂ ਹੋਈ ਸੀ? 1930 'ਚ, ਠੀਕ ਆ ਜੀ। ਦੂਜੀ ਕਦੋਂ ਹੋਈ ਸੀ ਜੀ? 1931 'ਚ ਹੋਈ ਸੀ। ਤੀਜੀ ਕਦੋਂ ਹੋਈ ਸੀ? 1932 'ਚ। ਬਸ 30, 31, 32 ਤੁਹਾਨੂੰ ਯਾਦ ਹੋਣਾ ਚਾਹੀਦਾ। ਸਿੱਧਾ ਕੁਐਸਚਨ ਪੁੱਛਿਆ ਜਾਂਦਾ ਕਈ ਵਾਰ ਪੇਪਰ ਦੇ ਵਿੱਚ। ਇਹ ਆਉਂਦਾ ਜੀ ਜਿਹੜੀ ਕਿਹੜੀ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਮਹਾਤਮਾ ਗਾਂਧੀ ਨੇ ਪਾਰਟ ਲਿਆ ਸੀਗਾ? 1931 ਦੀ ਰਾਊਂਡ ਟੇਬਲ ਕਾਨਫਰੰਸ ਸੀ ਜਿਹਦੇ 'ਚ ਮਹਾਤਮਾ ਗਾਂਧੀ ਨੇ ਪਾਰਟ ਲਿਆ ਸੀ। ਦੂਜੀ ਰਾਊਂਡ ਟੇਬਲ ਕਾਨਫਰੰਸ ਸੀਗੀ, ਠੀਕ ਆ। ਇਹ ਪਹਿਲੀ ਤਾਂ 30 'ਚ ਹੋ ਗਈ, 31 'ਚ, 32 'ਚ। ਇੱਕ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਕਿ ਇਹੋ ਜਿਹਾ ਕਿਹੜਾ ਲੀਡਰ ਸੀਗਾ ਜਿਹਨੇ ਕਿ ਤਿੰਨੇ ਜਿਹੜੀਆਂ ਹੋਈਆਂ ਸੀ ਰਾਊਂਡ ਟੇਬਲ ਕਾਨਫਰੰਸ ਉਹਦੇ ਵਿੱਚ ਹਿੱਸਾ ਲਿਆ ਸੀ? ਕਿਹਨੇ ਲਿਆ ਸੀ? BR ਅੰਬੇਦਕਰ। ਡਾਕਟਰ BR ਅੰਬੇਦਕਰ ਇਹੋ ਜਿਹਾ ਸੀ ਜਿਹਨੇ ਕਿ ਤਿੰਨੇ ਜਿਹੜੀਆਂ ਰਾਊਂਡ ਟੇਬਲ ਕਾਨਫਰੰਸ ਹੋਈਆਂ ਸੀ ਉਹਦੇ ਵਿੱਚ ਹਿੱਸਾ ਲਿਆ ਸੀ, ਠੀਕ ਆ। ਸੋ ਇਹ ਚੀਜ਼ ਤੁਹਾਡੀ ਹੋ ਗਈ। ਜਿੱਦਾਂ ਕਿ ਖਿਲਾਫਤ ਮੂਵਮੈਂਟ ਪੈਨ ਇਸਲਾਮਿਕ ਮੂਵਮੈਂਟ ਸੀਗੀ, ਸੋ ਸਾਰਾ ਆਪਾਂ ਖਲੀਫਾ ਦਾ ਜਿਹੜਾ ਟਾਈਟਲ ਹੋ ਸੀ ਬਹੁਤ ਚੰਗੀ ਤਰ੍ਹਾਂ ਮੇਰਾ ਤੁਹਾਨੂੰ ਕਰਵਾਇਆ ਹੋਇਆ। ਸੋ ਬਾਰ-ਬਾਰ ਉਹ ਚੀਜ਼ਾਂ ਨਹੀਂ ਆਪਾਂ ਕਰਨੀਆਂ ਜਿਹੜੀਆਂ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਜ਼ਿਆਦਾ ਇੰਪੋਰਟੈਂਟ ਨੇ, ਆਪਾਂ ਉਹ ਚੀਜ਼ਾਂ ਕਰ ਰਹੇ ਹਾਂ, ਠੀਕ ਹੈ ਜੀ। ਸੋ 5 ਕੁਐਸਚਨ ਆਪਣੇ ਹੋ ਗਏ ਹੋਏ ਆ। ਹੁਣ ਆਪਾਂ ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਸੋ ਇਹਨੂੰ ਟਾਈਮ ਥੋੜਾ ਜ਼ਿਆਦਾ ਤਾਂ ਲੱਗਾ ਕਿਉਂਕਿ ਸਟੇਟਮੈਂਟ ਬੇਸਡ ਸੀ। ਹੁਣ ਆਪਾਂ ਥੋੜੀ ਜਿਹੀ ਆਪਦੀ ਸਪੀਡ ਵਧਾ ਸਕਦੇ ਹਾਂ, ਠੀਕ ਹੈ ਜੀ। ਸੋ ਇਹਨੂੰ ਆਪਾਂ ਜਸਟ ਆਪਣਾ ਤੁਸੀਂ ਲਗਾ ਲਓ ਵੀ T20 ਸੀਰੀਜ਼ ਆਪਾਂ ਤਾਂ ਹੀ ਰੱਖੀ ਆ ਕਿ ਇਹਦੇ ਵਿੱਚ ਆਪਾਂ 2020 ਵਾਂਗੂ ਹੀ ਬੈਟਿੰਗ ਕਰਨੀ ਆ, ਠੀਕ ਆ ਜੀ। ਤਾਬੜ ਤੋੜ ਬੈਟਿੰਗ ਕਰਨੀ ਆ। ਇਹਦੇ ਵਿੱਚ ਆਪਾਂ ਕੀ ਕਰਨਾ ਵਾ, ਇਹਦੇ ਵਿੱਚ ਆਪਾਂ ਹੌਲੀ ਹੌਲੀ ਵਿੱਚ ਦੀ ਮਤਲਬ ਕਿ ਕੋਈ ਹੁੰਦਾ ਨਾ ਜਿਵੇਂ ਕ੍ਰਿਕਟ ਦੇ ਵਿੱਚ ਹੁੰਦਾ ਕਿ ਕੋਈ ਓਵਰ ਕਿਸੇ ਦਾ ਉਹ ਆ ਗਿਆ ਤਾਂ ਹੌਲੀ ਹੌਲੀ ਖੇਡਣਾ ਵਾ, ਤੇ ਜਦੋਂ ਆਪਾਂ ਨੂੰ ਲੱਗਿਆ ਵੀ ਹਾਂਜੀ ਸਪੀਡ ਵਧਾਉਣੀ ਉਦੋਂ ਆਪਾਂ ਸਪੀਡ ਵਧਾ ਦਾਂਗੇ। ਸੋ 20 ਕੁਐਸਚਨ ਹੁੰਦੇ ਤੁਹਾਡੇ ਆਰਾਮ ਦੇ ਨਾਲ ਆਪਾਂ ਤੁਹਾਡੇ ਤੋਂ 30-35 ਮਿੰਟਾਂ ਤੋਂ ਵੱਧ ਤੁਹਾਡੇ ਨਹੀਂ ਲੈਣੇ। 20 ਦੇ ਵਿੱਚ ਮੈਂ ਤੁਹਾਨੂੰ 80 ਕੁਐਸਚਨ ਕਰਵਾ ਜਾਣੇ ਆ 30-35 ਮਿੰਟਾਂ ਦੇ ਵਿੱਚ, ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਹਾਂ ਤੁਸੀਂ ਇਹ ਚੀਜ਼ ਯਾਦ ਕਰ ਲਈ ਆ। ਨੈਕਸਟ ਚੱਲਦੇ ਹਾਂ ਜੀ। ਹੁਣ ਆਪਾਂ ਹਾਂਜੀ ਸੰਵਿਧਾਨ ਦੀ ਡਰਾਫਟ ਕਮੇਟੀ ਦਾ ਚੇਅਰਮੈਨ ਕੌਣ ਸੀ? ਦੇਖੋ ਜੀ ਆਹ ਵਾਲਾ ਕੁਐਸਚਨ ਜਿਹੜਾ ਵਾ ਨਾ ਬਹੁਤ ਵਾਰ ਰਿਪੀਟ ਹੋਇਆ ਵਾ ਕਿ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਸੀ। ਥੋੜਾ ਜਿਹਾ ਸੌਖਾ ਕੁਐਸਚਨ ਆ ਪਰ ਮੈਂ ਐਡ ਤਾਂ ਕੀਤਾ ਕਿਉਂਕਿ ਮੈਂ ਤੁਹਾਨੂੰ ਥੋੜਾ ਬਹੁਤ ਹੋਰ ਐਡ ਕਰਵਾਉਂਗਾ, ਠੀਕ ਆ। ਦੇਖੋ ਜੀ JB ਕਿਰਪਲਾਨੀ ਸੀ, ਰਾਜਿੰਦਰ ਪ੍ਰਸਾਦ ਸੀ, ਜਵਾਹਰ ਲਾਲ ਨਹਿਰੂ ਸੀ। ਇਹ ਸੀਗਾ ਜੀ ਆਪਣਾ BR ਅੰਬੇਦਕਰ ਇਹਦਾ ਸੀਗਾ ਡਰਾਫਟਿੰਗ ਕਮੇਟੀ ਦਾ ਜਿਹੜਾ ਚੇਅਰਮੈਨ ਸੀਗਾ। ਸੋ ਹੋਇਆ ਕੀ ਸੀ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਰਵਾ ਦਿੰਦਾ ਮੈਂ ਇਹਦੇ ਵਿੱਚ। ਜਵਾਹਰ ਲਾਲ ਨਹਿਰੂ ਕੌਣ ਆ ਜੀ? ਜਵਾਹਰ ਲਾਲ ਨਹਿਰੂ ਆਪਣਾ ਹੈਗਾ ਜੀ ਫਸਟ ਪ੍ਰਾਈਮ ਮਿਨਿਸਟਰ। ਤੁਹਾਨੂੰ ਪਤਾ ਹੋਏਗਾ ਰਾਜਿੰਦਰ ਪ੍ਰਸਾਦ ਫਸਟ ਪ੍ਰੈਜ਼ੀਡੈਂਟ ਸੀਗਾ ਜੀ, ਪਰਮਾਨੈਂਟ ਪ੍ਰੈਜ਼ੀਡੈਂਟ। ਜਿਹੜਾ ਪਹਿਲਾ ਪ੍ਰੈਜ਼ੀਡੈਂਟ ਯਾਨੀ ਕਿ ਰਾਜਿੰਦਰ ਪ੍ਰਸਾਦ ਸੀਗਾ। ਹੁਣ ਪੇਪਰ ਦੇ ਵਿੱਚ ਨਾ ਕਈ ਵਾਰ ਇਹ ਚੀਜ਼ ਪੁੱਛੀ ਜਾਂਦੀ ਆ ਕਿ ਦੱਸੋ ਹਾਂਜੀ ਕਿ ਆਪਣਾ ਕਿ ਇਹਦਾ ਸੰਵਿਧਾਨ ਸਭਾ ਦਾ ਕਨਸਟੀਟਿਊਸ਼ਨਲ ਦਾ ਐਡਵਾਈਜ਼ਰ ਕੌਣ ਸੀ ਅਸੈਂਬਲੀ ਦਾ? ਤਾਂ ਕੌਣ ਸੀਗਾ ਜੀ ਐਡਵਾਈਜ਼ਰ? ਕੌਣ ਸੀ ਸੰਵਿਧਾਨ ਦਾ? ਆਪਣੇ ਦਾ BN ਰਾਓ ਜੀ ਆਪਣਾ ਸੀਗੇ ਆਪਣੇ ਜਿਨ੍ਹਾਂ ਦਾ ਕਨਸਟੀਟਿਊਸ਼ਨਲ ਦੇ ਐਡਵਾਈਜ਼ਰ ਸੀਗੇ ਅਸੈਂਬਲੀ ਦੇ। ਸੋ ਇਹ ਚੀਜ਼ ਹੋ ਗਈ, ਬਸ ਇਹ ਚੀਜ਼ ਤੁਸੀਂ ਕਰ ਲਓ, ਹੋਰ ਕੁਝ ਵੀ ਇਹਦੇ ਵਿੱਚ ਹੈ ਨਹੀਂਗਾ। ਹੁਣ ਨੈਕਸਟ ਕੁਐਸਚਨ ਦੇ ਉੱਤੇ ਆਪਾਂ ਚੱਲਦੇ ਹਾਂ ਜੀ। 7 ਨੰਬਰ ਕੁਐਸਚਨ ਆ ਗਿਆ ਜੀ। ਕਨਸਟੀਟਿਊਸ਼ਨਲ ਆਫ ਇੰਡੀਆ ਅਡਾਪਟ ਬਾਈ। ਬਹੁਤ ਬੱਚੇ ਇਹ ਚੀਜ਼ਾਂ ਨੂੰ ਮੈਂ ਜਦੋਂ MCQ ਵੀ ਪਾਏ ਸੀ ਤੁਸੀਂ ਗਲਤ ਲਗਾਇਆ ਸੀ, ਬਹੁਤ ਸਾਰੇ ਕੈਂਡੀਡੇਟਸ ਨੇ। ਯਾਦ ਰੱਖ ਲਓ, ਇਹ ਚੀਜ਼ ਬੰਨ ਲਓ, ਠੀਕ ਆ। ਆਪਦੇ ਦਿਮਾਗ ਦੇ ਵਿੱਚ ਤੁਹਾਡੇ ਇਹ ਚੀਜ਼ ਹੋਣੇ ਆ। ਚਾਹੇ ਤਾਂ ਕਨਸਟੀਟਿਊਸ਼ਨ ਆਫ ਇੰਡੀਆ ਅਡਾਪਟ ਆ ਜਾਵੇ, ਠੀਕ ਆ, ਚਾਹੇ ਆ ਜਾਵੇ ਤੁਹਾਡੇ ਕੋਲੇ ਕਿ ਪ੍ਰੈਂਬਲ ਕਦੋਂ ਇੰਟਰੋਡਕਸ਼ਨ ਹੋਇਆ ਸੀ, ਠੀਕ ਆ, ਮਤਲਬ ਪ੍ਰੈਂਬਲ ਨੂੰ ਕਦੋਂ ਅਡਾਪਟ ਕੀਤਾ ਸੀ। ਤਾਂ ਇਹ ਹੋਇਆ ਸੀ ਆਪਣਾ ਜੀ 26 ਨਵੰਬਰ 1949 ਸਹੀ ਹੋਊਗਾ। 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਆਪਣਾ ਸੰਵਿਧਾਨ, ਠੀਕ ਆ। ਮਤਲਬ ਇੰਗਲਿਸ਼ ਦੇ ਵਿੱਚ ਕੇਮ ਇਨਟੂ ਫੋਰਸ ਲਿਖਿਆ ਆ ਗਿਆ ਤਾਂ ਤੁਸੀਂ 26 ਜਨਵਰੀ 1950 ਲਾਉਣਾ। ਜੇਕਰ ਅਡਾਪਟ ਸੰਵਿਧਾਨ ਸਭਾ ਨੇ ਕਦੋਂ ਅਡਾਪਟ ਕਰ ਲਿਆ ਸੀ ਕਿ ਹਾਂਜੀ ਇਹ ਚਾਹੇ ਪ੍ਰੈਂਬਲ ਹੋ ਗਿਆ ਚਾਹੇ ਕਨਸਟੀਟਿਊਸ਼ਨ ਆਫ ਇੰਡੀਆ ਹੋ ਗਿਆ, ਠੀਕ ਆ, ਇਹ 26 ਨਵੰਬਰ 1949 ਆਏਗਾ, ਠੀਕ ਆ। ਸੋ ਹੁਣ ਇਹਦੇ ਬਾਰੇ ਆਪਾਂ ਥੋੜਾ ਜਿਹਾ ਤੁਹਾਨੂੰ ਹੋਰ ਇੱਕ ਵਾਰੀ ਕਰਵਾ ਦਈਏ। ਇੱਕ ਚੀਜ਼ ਹੋਰ ਇੰਪੋਰਟੈਂਟ ਬਣਦੀ ਹੁੰਦੀ ਹੈ ਇਹਦੇ ਵਿੱਚ ਨਾ, ਪੇਪਰ ਦੇ ਵਿੱਚ ਪੁੱਛਿਆ ਜਾਂਦਾ ਕਿ ਆਬਜੈਕਟਿਵ ਰੈਜ਼ੋਲੂਸ਼ਨ ਜਿਹੜਾ ਕਿ ਸੰਵਿਧਾਨ ਦਾ ਕੱਚਾ ਚਿੱਠਾ ਜਿਹਾ ਆਪਾਂ ਕੱਚਾ ਜਿਹਾ ਕਹਿ ਦਿੰਦੇ ਹੁੰਦੇ ਕਿ ਹਾਂ ਆਈਡੀਆ ਜਿਹਾ ਜਿਹੜੇ ਮਤਲਬ ਸੀਗਾ। ਆਬਜੈਕਟਿਵ ਰੈਜ਼ੋਲੂਸ਼ਨ ਜਿਹੜਾ ਸੀ ਨਾ, ਸਿੱਧਾ ਕੁਐਸਚਨ ਆਊਗਾ ਕਿ ਕਿਹਨੇ ਇੰਟਰੋਡਿਊਸ ਕੀਤਾ ਸੀ? ਇਹ ਕੀਤਾ ਸੀ ਜੀ ਆਪਣਾ
ਜਵਾਹਰ ਲਾਲ ਨਹਿਰੂ ਨੇ ਪਹਿਲੀ ਵਾਰ ਕਦੋਂ ਕਿੱਥੇ ਪੇਸ਼ ਕੀਤਾ ਸੀ ਜੀ? ਇਹ ਕਦੋਂ ਪੇਸ਼ ਕੀਤਾ ਸੀ? 13 ਦਸੰਬਰ 1946 ਨੂੰ ਇਹਨੇ ਸੰਵਿਧਾਨ ਸਭਾ ਦੇ ਵਿੱਚ ਉਹ ਕੀਤਾ ਸੀ, ਪੇਸ਼ ਕੀਤਾ ਸੀ। ਠੀਕ ਆ, ਫਿਰ ਉਸ ਤੋਂ ਬਾਅਦ 22 ਜਨਵਰੀ 1947 ਨੂੰ ਅਡਾਪਟ ਕਰ ਲਿਆ ਸੀ। ਸੋ ਇਹ ਚੀਜ਼ਾਂ ਨੇ ਮੈਂ ਤੁਹਾਨੂੰ ਕਰਵਾਈਆਂ ਹੋਈਆਂ, ਲਿਖਣ ਦੀ ਲੋੜ ਨਹੀਂ। ਜਿਹੜੀ ਚੀਜ਼ ਲਿਖਣ ਵਾਲੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਹਤਾ ਕਿ ਆਪਾਂ ਉਹ ਕਰ ਲਾਂਗੇ। ਠੀਕ ਆ, ਸੋ 4-5 ਕੁਐਸਚਨ ਤੁਹਾਡੇ ਇਹਦੇ ਵਿੱਚ, ਆਹ ਕੁਐਸਚਨ ਦੇ ਵਿੱਚ ਵੀ ਕਵਰ ਹੋ ਗਏ ਹੋਏ ਨੇ। ਹੁਣ ਜੀ ਨੈਕਸਟ ਕੁਐਸਚਨ ਦੇ ਉੱਤੇ ਆ ਗਏ ਜੀ ਆਪਾਂ। ਸੋ ਜੀ ਹੇਠ ਲਿਖਿਆਂ ਵਿੱਚੋਂ ਕਿਸ ਨੇ ਭਾਰਤ ਵਿੱਚ ਫਿਰਕੂ ਵੋਟਰਾਂ ਦੀ ਸ਼ੁਰੂਆਤ ਕੀਤੀ? ਕਮਿਊਨਲ ਇਲੈਕਟੋਰੇਟ ਦੀ ਕਿਹਨੇ ਕੀਤੀ ਸੀ? ਕਿਹੜਾ ਐਕਟ ਸੀਗਾ ਜੀ? ਇੰਡੀਅਨ ਕੌਂਸਲ ਆਫ ਐਕਟ 61, 92, 9 ਜਾਂ 35? ਸੋ ਇਹਦਾ ਸਿੱਧਾ ਆਨਸਰ ਬਣਦਾ ਪਿਆ ਵਾ ਜੀ ਇੰਡੀਅਨ ਕੌਂਸਲ ਐਕਟ 1909 ਦੇ ਵਿੱਚ ਹੋਇਆ ਸੀ। ਕਿਹਨੇ ਕੀਤਾ ਸੀ ਜੀ? ਲਾਰਡ ਮਿੰਟੂ ਨੇ ਕੀਤਾ ਸੀ। ਲਾਰਡ ਮਿੰਟੂ, ਇੰਪੋਰਟੈਂਟ ਚੀਜ਼ ਬਣਦੀ ਆ, ਲਾਰਡ ਮਿੰਟੂ ਨੇ ਇਹ ਚੀਜ਼ ਕੀਤੀ ਸੀ। ਤੇ ਲਾਰਡ ਮਿੰਟੂ ਨੂੰ ਫਾਦਰ ਆਫ ਕਮਿਊਨਲ ਇਲੈਕਟੋਰਲ ਕਿਹਾ ਜਾਂਦਾ। ਇਹ ਚੀਜ਼ ਵੀ ਤੁਹਾਨੂੰ ਯਾਦ ਹੋਣੀ ਚਾਹੀਦੀ ਆ, ਮੇਰਾ ਤੁਹਾਨੂੰ ਕਰਵਾਇਆ ਹੋਇਆ, ਕਿਉਂਕਿ ਇਹਦੇ ਵਿੱਚ ਨਾ ਸੈਪਰੇਟ ਇਲੈਕਟੋਰੇਟ ਇੰਟਰੋਡਿਊਸ ਕੀਤਾ ਸੀ ਇਹਨਾਂ ਨੇ ਮੁਸਲਿਮ ਲਈ। ਸੋ ਡਿਵਾਈਡ ਐਂਡ ਰੂਲ ਦੀ ਪਾਲਿਸੀ ਵੀ ਦੇ ਤਹਿਤ ਦੇ ਉੱਤੇ ਇਹ ਚੀਜ਼ ਕੀਤੀ ਸੀ। ਪਹਿਲਾਂ ਇਹਨਾਂ ਨੇ ਕੀ ਕੀਤਾ ਸੀ? ਬੰਗਾਲ ਦੀ ਵੰਡ 1905 ਚ ਕਰਤੀ ਸੀ ਲਾਰਡ ਕਰਜ਼ਨ ਨੇ। ਉਸ ਤੋਂ ਬਾਅਦ ਇਹਨਾਂ ਨੇ ਆਹ ਚੀਜ਼ ਕਰਕੇ, ਇਹਨਾਂ ਨੇ ਹੌਲੀ ਹੌਲੀ ਕਰਕੇ ਮਤਲਬ ਕਿ ਵੰਡਦੇ ਰਹੇ। ਇਸੇ ਕਰਕੇ ਜਦੋਂ ਤੱਕ ਭਾਰਤ ਆਜ਼ਾਦ ਹੁੰਦਾ ਗਿਆ, ਉਵੇਂ ਬਾਅਦ ਚੋਂ 2 ਹਿੱਸਿਆਂ ਦੇ ਵਿੱਚ ਐਂਡ ਤੱਕ ਜਾਂਦਾ ਜਾਂਦਾ ਵੰਡਿਆ ਗਿਆ। ਇਹ ਇਹਨਾਂ ਕਰਕੇ ਹੀ ਹੋਇਆ ਸੀ। 1905 ਤੋਂ ਇਹ ਚੀਜ਼ ਸ਼ੁਰੂ ਹੋਈ ਸੀ, 1909, 1919, 1935, ਉਸ ਤੋਂ ਬਾਅਦ ਐਂਡ ਤੱਕ 1946 ਚ ਫਿਰ ਡਾਇਰੈਕਟ ਐਕਸ਼ਨ ਡੇ ਹੋਇਆ ਸੀ 1940 ਦੇ ਵਿੱਚ, ਜਦੋਂ ਉਹ ਸਾਰਾ ਕੁਝ ਆਪਣਾ ਬਹੁਤ ਚੰਗੀ ਤਰ੍ਹਾਂ ਮਾਡਰਨ ਹਿਸਟਰੀ 'ਚ ਕੀਤਾ ਹੋਇਆ। 9 ਨੰਬਰ ਕੁਐਸਚਨ ਤੇ ਆ ਗਏ ਜੀ। ਹੁਣ ਆਪਾਂ ਥੋੜੀ ਜਿਹੀ ਸਪੀਡ ਵਧਾਈਏ ਆਪਣੀ। ਠੀਕ ਹੈ ਜੀ, ਸੋ ਭਾਰਤੀ ਸੰਵਿਧਾਨ ਦੇ ਵਿੱਚ ਕਿੰਨੇ ਸ਼ਬਦ ਮੈਂਸ਼ਨ ਨੇ ਜੀ? ਭਾਰਤੀ ਸੰਵਿਧਾਨ ਦੇ ਵਿੱਚ ਕਿੰਨੇ ਸ਼ਬਦ ਆ? 1,17,369 ਸ਼ਬਦ ਮੈਂਸ਼ਨ ਨੇ। ਠੀਕ ਆ, ਵਰਡ ਨੇ ਭਾਰਤੀ ਸੰਵਿਧਾਨ 'ਚ। ਇਹ ਕਿਉਂ ਐਡ ਕੀਤਾ? ਠੀਕ ਆ ਜੀ, ਸਭ ਤੋਂ ਪਹਿਲਾਂ ਕੁਐਸਚਨ ਆਊਗਾ ਭਾਰਤੀ ਸੰਵਿਧਾਨ ਦੇ ਵਿੱਚ ਕਿੰਨੇ ਆਰਟੀਕਲ ਸੀ ਜਦੋਂ ਇਹ 1950 ਦੇ ਵਿੱਚ ਆਇਆ ਸੀ, ਕੇਮ ਇਨਟੂ ਫੋਰਸ ਹੋਇਆ ਸੀ? 395 ਆਰਟੀਕਲ ਸੀ। ਠੀਕ ਹੈ ਜੀ, 395 ਆਰਟੀਕਲ ਸੀ, 22 ਪਾਰਟ ਸੀਗੇ, ਤੁਹਾਨੂੰ ਪਾਰਟ ਵੀ ਯਾਦ ਹੋਣੇ ਚਾਹੀਦੇ ਆ, ਤੇ 8 ਸ਼ਡਿਊਲ ਸੀਗੇ। ਠੀਕ ਹੈ ਜੀ, ਇਹ ਚੀਜ਼ ਤਾਂ ਸੀਗੀ ਜੀ ਆਪਣੀ ਜਦੋਂ ਭਾਰਤੀ ਸੰਵਿਧਾਨ ਉਹ ਹੋਇਆ। ਹੁਣ ਜ਼ਿਆਦਾਤਰ ਬੱਚਿਆਂ ਨੂੰ ਨਾ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਆ ਕਿ ਇਸ ਤਰ੍ਹਾਂ ਨਹੀਂ ਉਹਨਾਂ ਨੂੰ ਸਮਝ ਆ ਰਹੀ ਕਿ ਇਸ ਟਾਈਮ ਦੇ ਉੱਤੇ ਕਿੰਨੇ ਆਪਣੇ ਆਰਟੀਕਲ ਨੇ ਇਸ ਟਾਈਮ ਦੇ ਉੱਤੇ। ਪਹਿਲੀ ਗੱਲ ਤਾਂ ਜੀ ਪਹਿਲਾਂ ਸੀਗਾ ਜੀ 22 ਪਾਰਟ ਸੀਗੇ। ਪਹਿਲਾਂ ਮੈਂ ਤੁਹਾਨੂੰ ਪਾਰਟ ਇੱਕ ਵਾਰੀ ਕਲੀਅਰ ਕਰਦਾ। ਠੀਕ ਆ, ਪਹਿਲਾਂ 22 ਸੀਗੇ, ਹੁਣ ਕਿੰਨੇ ਪਾਰਟ ਹੋ ਗਏ? ਹੁਣ ਆਪਣੇ ਇਸ ਟਾਈਮ ਸੰਵਿਧਾਨ ਦੇ ਵਿੱਚ 25 ਪਾਰਟ ਨੇ। ਸ਼ਡਿਊਲ ਕਿੰਨੇ ਸੀ ਜੀ? ਸ਼ਡਿਊਲ ਪਹਿਲਾਂ ਆਪਣੇ ਸੀਗੇ ਜੀ 8, ਤੇ ਹੁਣ ਕਿੰਨੇ ਹੋ ਗਏ ਜੀ? ਹੁਣ ਆ ਗਏ ਜੀ ਸਾਡੇ ਕੋਲੇ 12 ਸ਼ਡਿਊਲ ਹੋ ਗਏ। ਸੋ ਇਹ ਦੋ ਚੀਜ਼ਾਂ ਕਲੀਅਰ ਆ। ਹੁਣ ਕਈ ਜਗ੍ਹਾ ਦੇ ਉੱਤੇ ਤੁਸੀਂ ਗੂਗਲ ਤੇ ਸਰਚ ਮਾਰੋਗੇ ਕਿ ਕਿਤੇ 470 ਲਿਖਿਆ, 466, 471, 448 ਅਲੱਗ-ਅਲੱਗ ਲਿਖਿਆ ਬਣੂਗਾ। ਦੇਖੋ ਜੀ ਚੀਜ਼ ਪਤਾ ਕੀ ਹੁੰਦੀ ਆ, ਆਪਣੇ ਸੰਵਿਧਾਨ ਦੇ ਵਿੱਚ ਕੀ ਚੀਜ਼ ਸੀ ਜੀ? 395 ਆਰਟੀਕਲ ਸੀ। ਐਕਚੁਅਲ ਦੇ ਵਿੱਚ ਇਸ ਟਾਈਮ ਦੇ ਉੱਤੇ ਉਹੀ 395 ਆਰਟੀਕਲ ਨੇ। ਹੁੰਦਾ ਕੀ ਹੁੰਦਾ ਵਾ ਨਾ ਵੀ ਜਦੋਂ ਮੰਨ ਲਓ ਕੋਈ ਚੀਜ਼ ਦੀ ਅਮੈਂਡਮੈਂਟ ਹੁੰਦੀ ਆ, ਬੇਸਿਕ ਸਟਰਕਚਰ ਚੇਂਜ ਕੀਤੇ ਬਿਨਾਂ ਜਦੋਂ ਕੋਈ ਚੀਜ਼ ਅਮੈਂਡ ਹੁੰਦੀ ਆ, ਠੀਕ ਆ ਜੀ, ਸੋ ਉਹਦੇ ਵਿੱਚ ਕੀ ਹੁੰਦਾ? ਕੋਈ ਕਲੌਜ਼ ਐਡ ਕੀਤਾ ਜਾਂਦਾ, ਕੋਈ ਆਰਟੀਕਲ ਐਡ ਕੀਤਾ ਜਾਂਦਾ। ਜਿਵੇਂ ਆਰਟੀਕਲ 21 ਸੀ ਪਹਿਲਾਂ ਸੀਗਾ, 21A ਦੇ ਵਿੱਚ ਇਹਨਾਂ ਨੇ ਆਰਟੀਕਲ ਐਡ ਕਰਤਾ ਰਾਈਟ ਟੂ ਐਜੂਕੇਸ਼ਨ ਵਾਲਾ। ਠੀਕ ਆ ਜੀ, ਜੋ ਫੰਡਾਮੈਂਟਲ ਰਾਈਟ ਆ। ਇਹ ਵੀ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਕਿ ਰਾਈਟ ਟੂ ਐਜੂਕੇਸ਼ਨ ਫੰਡਾਮੈਂਟਲ ਰਾਈਟ ਦਾ ਆਰਟੀਕਲ ਕਿੰਨਾ? ਆਰਟੀਕਲ 21A। ਠੀਕ ਹੈ, ਯਾਦ ਰੱਖਿਓ, ਬਹੁਤ ਵਾਰ ਪੇਪਰ 'ਚ ਆਇਆ ਵਾ। ਤਾਂ ਇਹ ਚੀਜ਼ ਹੁੰਦੀ ਆ। ਹੁਣ ਇਵੇਂ ਕਰਦੇ ਕਰਦੇ ਨਾ ਹੌਲੀ ਹੌਲੀ ਵਧੀਆ ਵੱਧਦੇ ਵਧਾਉਂਦੇ ਹੁਣ ਇਸ ਟਾਈਮ ਦੇ ਉੱਤੇ 470 ਜਾਂ 471 ਆਰਟੀਕਲ ਆਪਣੇ ਇਹਦੇ ਉੱਤੇ ਹੈਗੇ ਨੇ। ਬਟ ਇਹ ਵੀ ਕੀ, ਜਿਵੇਂ ਹੋਰ ਆਰਟੀਕਲ ਨਾਲ ਐਡ ਹੁੰਦੇ ਗਏ। ਠੀਕ ਆ, ਇਹ ਇਸ ਤਰ੍ਹਾਂ ਇਹ ਚੀਜ਼ ਚੱਲਦੀ ਹੁੰਦੀ ਆ। ਸੋ ਇਹਦੇ ਵਿੱਚ ਜ਼ਿਆਦਾਤਰ ਇਹ ਕੁਐਸਚਨ ਨਹੀਂ ਆਏਗਾ ਕਿ ਇਸ ਟਾਈਮ ਦੇ ਉੱਤੇ 470 ਆ ਜਾਂ 471 ਆ। ਪੇਪਰ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਉਦੋਂ ਪੁੱਛਣਗੇ ਕਿ ਜਦੋਂ ਲਾਗੂ ਹੋਇਆ ਸੀ ਉਸ ਟਾਈਮ ਦੇ ਉੱਤੇ ਕਿੰਨੇ ਆਪਣੇ ਸੀਗੇ, ਜਾਂ ਇਕੱਲੇ ਹੋਣ ਵਾਲੇ ਪਾਰਟ ਤਾਂ ਕਨਫਰਮ ਆ ਨਾ ਵੀ 25 ਪਾਰਟ ਤੇ 12 ਸ਼ਡਿਊਲ ਨੇ ਇਸ ਟਾਈਮ ਦੇ ਉੱਤੇ। ਇਸੇ ਤਰ੍ਹਾਂ 22 ਪਾਰਟ 395 ਆਰਟੀਕਲ ਤੇ 8 ਸ਼ਡਿਊਲ ਜਿਹੜੇ ਉਸ ਟਾਈਮ ਤੇ ਸੀ ਉਹ ਸੀਗੇ। ਠੀਕ ਆ ਜੀ, ਸੋ ਇਹ ਵਾਲੇ ਜਿਹੜੇ ਆਰਟੀਕਲ ਨੇ ਇਹ ਚੇਂਜ ਹੁੰਦੇ ਰਹਿੰਦੇ ਨੇ। ਜਦੋਂ ਵੀ ਕੋਈ ਅਮੈਂਡਮੈਂਟ ਹੁੰਦੀ ਆ, ਠੀਕ ਆ, ਉਹਦੇ ਵਿੱਚ ਐਡ ਕਰ ਦਿੰਦੇ ਆ। 104ਵੀਂ ਹੁੰਦੀ ਆ, ਠੀਕ ਆ, 103 ਹੋਈ ਸੀ, 104 ਹੋਈ ਸੀ। ਸੋ ਇਸ ਤਰ੍ਹਾਂ ਦੇ ਨਾਲ ਐਡ, ਸੋ ਕੁਝ ਚੀਜ਼ਾਂ ਐਡ ਵੀ ਹੁੰਦੀਆਂ ਨੇ ਤੇ ਕੁਝ ਆਰਟੀਕਲ ਆਪਾਂ ਦੇਖਦੇ ਹਾਂ ਕਿ ਡਿਲੀਟ ਵੀ ਕਰ ਦਿੱਤੇ ਜਾਂਦੇ ਨੇ। ਠੀਕ ਆ ਜੀ, ਹੁਣ ਦੇਖੋ ਇੱਕ ਆਰਟੀਕਲ ਜਿਹੜਾ 307 ਨੰਬਰ ਆਰਟੀਕਲ ਤੇ 35A ਆਰਟੀਕਲ ਜਿਹੜਾ ਪ੍ਰੈਜ਼ੀਡੈਂਟਲ ਉਹ ਦਿੰਦਾ ਵਾ। ਠੀਕ ਆ, ਸੋ ਜੰਮੂ ਐਂਡ ਕਸ਼ਮੀਰ ਨੂੰ ਇੱਕ ਸਪੈਸ਼ਲ ਦਰਜੇ ਦੀ ਸਟੇਟ ਦਾ ਦਰਜਾ ਦਿੱਤਾ ਸੀ। ਠੀਕ ਆ, 370 ਨੰਬਰ ਆਰਟੀਕਲ ਦੇ ਵਿੱਚ। ਫਿਰ ਕੀ ਹੋਇਆ ਜੀ, 31 ਅਕਤੂਬਰ 2019 ਨੂੰ ਕੀ ਹੋਇਆ, ਇਹ ਜੰਮੂ ਐਂਡ ਕਸ਼ਮੀਰ ਦਾ ਇਹਨੂੰ ਸਪੈਸ਼ਲ ਸਟੇਟ ਦਾ ਦਰਜਾ ਉਹ ਹੋ ਗਿਆ ਨਾ, ਆਰਟੀਕਲ ਨੂੰ ਅਬੋਲਿਸ਼ ਕਰਨ ਦੀ ਉਹ ਕੀਤੀ। ਤਾਂ ਉਹਦੇ ਬਾਅਦ ਉਹ ਜੰਮੂ ਐਂਡ ਕਸ਼ਮੀਰ ਦਾ ਲਦਾਖ 2 ਯੂਟੀਆਂ ਬਣਾਤੀਆਂ ਸਟੇਟ ਤੋਂ। ਇਹ ਚੀਜ਼ਾਂ ਹੁੰਦੀਆਂ ਨੇ ਵੀ ਕੋਈ ਆਰਟੀਕਲ ਰਿਮੂਵ ਹੁੰਦਾ, ਕੋਈ ਆਰਟੀਕਲ ਐਡ ਹੁੰਦਾ। ਇਹਦੇ ਨਾਲ ਹੀ ਹੌਲੀ ਹੌਲੀ ਚੱਲਦਾ ਰਹਿੰਦਾ ਵਾ ਪ੍ਰੋਸੈਸ ਇਹ। ਤਾਂ ਕਰਕੇ ਇਹ 470 ਹੋ ਰਿਹਾ, ਕਿਤੇ 448, ਕਿਸੇ 461, ਕਿਤੇ 62। ਸੋ ਇਸ ਤਰ੍ਹਾਂ ਨਾਲ ਇਹ ਚੀਜ਼ਾਂ ਵੈਰੀ ਕਰਦੀਆਂ ਰਹਿੰਦੀਆਂ ਨੇ। ਠੀਕ ਆ, ਸੋ ਜ਼ਿਆਦਾ ਧਿਆਨ ਤੁਸੀਂ ਪਹਿਲਾਂ ਤੇ ਦੇਣਾ। ਹੁਣ ਨੈਕਸਟ ਚੱਲਦੇ ਹਾਂ ਜੀ। ਭਾਰਤ ਦਾ ਸੰਵਿਧਾਨ ਕੀ ਆ ਜੀ? ਹਾਊ ਡਜ਼ ਦਾ ਕਨਸਟੀਟਿਊਸ਼ਨ ਆਫ ਇੰਡੀਆ ਨੂੰ ਕੀ ਕਹਿੰਦੇ ਆ ਜੀ? ਭਾਰਤ ਦੇ ਸੰਵਿਧਾਨ ਦੇ ਵਿੱਚ ਇੰਡੀਆ ਨੂੰ ਡਿਸਕ੍ਰਾਈਬ ਕੀਤਾ ਇਹਨਾਂ ਨੇ ਸਿੱਧਾ ਕਿ ਇਹ ਯੂਨੀਅਨ ਆਫ ਸਟੇਟ ਆ। ਠੀਕ ਆ, ਇਹ ਯੂਨੀਅਨ ਆਫ ਸਟੇਟ ਆ, ਮਤਲਬ ਕਿ ਭਾਰਤ ਦਾ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਰਵਾਇਆ ਸੀ ਕਿ ਕੁਆਸੀ
ਫੈਡਰਲ ਸਟਰਕਚਰ ਆ, ਠੀਕ ਆ ਜੀ। ਇਹ ਨਾ ਤਾਂ ਯੂਨਿਟਰੀ ਆ ਨਾ ਹੀ ਪੂਰਾ ਫੈਡਰਲ ਆ, ਕਿਉਂਕਿ ਇਹਦੇ ਵਿੱਚ ਸਟੇਟਸ ਨੂੰ ਵੀ ਉਨੀਆਂ ਕਿ ਹੀ ਪਾਵਰ ਦਿੱਤੀਆਂ ਹੋਈਆਂ, ਪੂਰੀਆਂ ਪਾਵਰਸ ਨਹੀਂ ਦਿੱਤੀਆਂ ਹੋਈਆਂ, ਕਿਉਂਕਿ ਕੋਈ ਵੀ ਸਟੇਟ ਆ ਜਿਹੜੀ ਉਹ ਅਲੱਗ ਨਹੀਂ ਹੋ ਸਕਦੀ ਆਪਣੇ ਭਾਰਤ ਤੋਂ, ਠੀਕ ਆ ਜੀ। ਇਹ ਚੀਜ਼ ਹੁੰਦੀ ਆ, ਇਹ ਮੈਂ ਤੁਹਾਨੂੰ ਪਿਛਲੀ ਕਲਾਸ ਦੇ ਵਿੱਚ ਆਪਣੀ ਸੈਂਟਰ ਸਟੇਟ ਰਿਲੇਸ਼ਨ ਦੇ ਵਿੱਚ ਵੀ ਸਮਝਾਈ ਹੋਈ ਆ, ਸੋ ਜ਼ਿਆਦਾ ਕਰਨ ਦੀ ਲੋੜ ਨਹੀਂ ਗੀ ਆਪਾਂ ਨੂੰ। ਸੋ ਇਹਦੇ ਵਿੱਚ ਆਹੀ ਆ ਕਿ ਇੰਡੀਆ ਦੇ ਵਿੱਚ ਸਿਰਫ ਇੱਕ ਕਨਸਟੀਟਿਊਸ਼ਨ ਹੋਏਗਾ, ਠੀਕ ਆ, ਸਾਰੀਆਂ ਸਟੇਟਸ ਲਈ। ਆਏ ਨਹੀਂ ਵੀ ਕਿਸੇ ਸਟੇਟਸ ਲਈ ਅਲੱਗ ਦਾ ਸੰਵਿਧਾਨ ਹੋਏਗਾ, ਠੀਕ ਆ ਜੀ। ਸੋ ਇਹ ਚੀਜ਼ ਹੁੰਦੀ ਆ, ਸੋ ਜਿਹਦੇ ਕਰਕੇ ਕਿ US ਤੋਂ ਅਲੱਗ ਆ, ਕਈ ਇਹੋ ਜਿਹੀਆਂ ਕੰਟਰੀਜ਼ ਨੇ ਜਿਹਦੇ ਵਿੱਚ ਕਿ ਅਲੱਗ-ਅਲੱਗ ਸਟੇਟਸ ਦੀਆਂ ਉਹ ਹੈਗੀਆਂ ਨੇ, ਠੀਕ ਆ। ਸੋ ਇਹ ਚੀਜ਼ ਹੁੰਦੀ ਆ, ਠੀਕ ਆ। ਸੋ ਇਹ ਆਪਾਂ ਕਿਤੇ ਬਹੁਤ ਜ਼ਿਆਦਾ ਵਿਹਲੇ ਟਾਈਮ ਦੇ ਉੱਤੇ ਕਰਾਂਗੇ, ਅਜੇ ਫਿਲਹਾਲ ਆਪਾਂ ਅਗਲੇ ਉਹਦੇ ਤੇ ਚੱਲ ਗਏ। ਸੋ ਇਹ ਯੂਨੀਅਨ ਆਫ ਸਟੇਟਸ ਯਾਦ ਕਰ ਲਿਓ, ਠੀਕ ਆ, ਸਿੱਧਾ ਕੁਐਸਚਨ ਬਣਦਾ। ਸੋ ਜੀ ਭਾਰਤੀ ਦਾ ਇੰਡੀਅਨ ਇਕਨੋਮੀ ਇਨ ਮਸਟ ਕੈਨ ਬੀ ਮੋਸਟ ਅਪਰੋਪਰੀਏਟਰੀ ਡਿਸਕ੍ਰਾਈਬ ਇਹ, ਠੀਕ ਆ ਜੀ। ਕਿਹੜੀ ਆ ਜੀ ਢੁਕਵੇਂ ਰੂਪ ਦੇ ਵਿੱਚ ਵਰਣਨ ਕੀਤਾ ਅਰਥ ਵਿਵਸਥਾ ਕਿਹੜੀ ਆ ਆਪਣੀ, ਕੈਪੀਟਲਿਸਟ ਆ, ਸੋਸ਼ਲਿਸਟ ਆ, ਟ੍ਰੈਡੀਸ਼ਨਲ ਆ ਜਾਂ ਮਿਕਸ ਆ। ਸਿੱਧਾ ਕੁਐਸਚਨ ਪੇਪਰ ਦੇ ਵਿੱਚ ਇਹ ਪੁੱਛਿਆ ਜਾਂਦਾ। ਦੇਖੋ ਜੀ ਇਹ ਮਿਕਸ ਇਕਨੋਮੀ ਆ ਜਿਹੜੀ ਆਪਣੀ, ਠੀਕ ਆ, ਮਿਕਸ ਇਕਨੋਮੀ ਆ। ਸੋ ਜਦੋਂ ਆਪਾਂ ਇਕਨੋਮੀ ਕਰਾਂਗੇ ਉਹਦੇ ਵਿੱਚ ਆਪਾਂ ਕਰਾਂਗੇ ਫਿਲਹਾਲ ਜਿਹੜੇ ਇੰਪੋਰਟੈਂਟ ਚੀਜ਼ਾਂ ਨੇ ਉਹ ਚੀਜ਼ਾਂ ਤੁਸੀਂ ਯਾਦ ਕਰ ਲਓ, ਠੀਕ ਆ। ਮਿਕਸ ਇਕਨੋਮੀ ਆ, ਇਹਦੇ ਵਿੱਚ ਮਤਲਬ ਕਿ ਮਾਰਕੀਟ ਵੀ ਆ ਤੇ ਸੈਂਟਰ ਜਦੋਂ ਸਰਕਾਰ ਵਾ ਕੋਈ ਗੌਰਮੈਂਟ ਆ ਉਹ ਵੀ ਇਕਨੋਮੀ ਦੇ ਵਿੱਚ ਦਖਲ ਅੰਦਾਜ਼ੀ ਕਰ ਸਕਦੀ ਆ ਜੇਕਰ ਕੋਈ ਮਤਲਬ ਜ਼ਰੂਰਤ ਮਹਿਸੂਸ ਹੋਵੇ ਕਿ ਹੁਣ ਆਪਣੀ ਇੰਡੀਅਨ ਇਕਨੋਮਿਕਸ ਥੱਲੇ ਜਾ ਰਹੀ ਆ ਤਾਂ ਉਹਦੇ ਵਿੱਚ ਕਰਨ ਲਈ, ਤਾਂ ਕਰਕੇ ਫਿਰ ਉਹ ਸਰਕਾਰ ਵੀ ਉਹਦੇ ਵਿੱਚ ਦਖਲ ਅੰਦਾਜ਼ੀ ਕਰ ਦਿੰਦੀ। ਜਿਵੇਂ ਕੋਈ ਵੀ ਯੋਜਨਾ ਬਣਾ ਦਿੰਦੀ ਆ, ਜਿਵੇਂ ਹੁਣ ਆਤਮ ਨਿਰਭਰ ਭਾਰਤ ਉਦੋਂ ਚਲਾਇਆ ਸੀ ਇਹਨਾਂ ਨੇ, ਠੀਕ ਆ, 20 ਲੱਖ ਕਰੋੜ ਪਤਾ ਨਹੀਂ ਕਿੰਨੇ ਲੱਖ ਕਰੋੜ ਦੇ ਉੱਤੇ ਕਿ ਹਾਂਜੀ ਇਹਨਾਂ ਨੂੰ ਲੋਨ ਦਿੱਤੇ ਜਾਣ ਤਾਂ ਕਿ ਜਿਹੜੀ ਇੰਡੀਅਨ ਇਕਨੋਮਿਕਸ ਜਿਹੜਾ ਕ੍ਰਾਈਸਿਸ ਹੋ ਰਿਹਾ ਜੋ ਕੋਵਿਡ ਕਰਕੇ ਬਹੁਤ ਜ਼ਿਆਦਾ ਪ੍ਰੋਬਲਮਸ ਹੋਈਆਂ ਸੀ, ਉਹ ਚੀਜ਼ ਹੁੰਦੀ ਆ ਕਿ ਮਿਕਸ ਇਕਨੋਮੀ ਆਪਾਂ ਬਹੁਤ ਚੰਗੀ ਤਰ੍ਹਾਂ ਕਰਾਂਗੇ ਜਦੋਂ ਆਪਾਂ ਇਹਨੂੰ ਕੀਤਾ, ਠੀਕ ਆ ਜੀ। ਅਜੇ ਫਿਲਹਾਲ ਇਹਦੇ ਚੋਂ ਜ਼ਿਆਦਾ ਕੁਐਸਚਨ ਪੁੱਛੇ ਨਹੀਂ ਜਾਂਦੇ, ਮੈਂ ਤਾਂ ਕਰਕੇ ਅਜੇ ਸ਼ੁਰੂ ਨਹੀਂ ਕਰਵਾਈ ਕਿਉਂਕਿ ਆਪਣੇ ਪਹਿਲੇ ਸਬਜੈਕਟ ਵੀ ਰਹਿੰਦੇ ਆ। ਹਾਂਜੀ ਸਿੰਬਲ, RBI ਦਾ ਸਿੰਬਲ ਕਿਹੜਾ ਬਾਜੀ, ਕੈਪੀਟਲ ਆਫ ਅਸ਼ੋਕ ਪਿਲਰ, ਕੁਬੇਰ ਵਿਦ ਏ ਪਰਸ ਆਫ ਮਨੀ ਤੇ ਟਾਈਗਰ ਬਿਫੋਰ ਏ ਪਾਮ ਟਰੀ, ਏ ਡੌਗ ਸਿਟਿੰਗ ਇਨ ਏ ਡਿਫੈਂਸਿਵ ਸਟੇਟ, ਠੀਕ ਹੈ ਜੀ। 12 ਨੰਬਰ ਕੁਐਸਚਨ ਦਾ ਸਿੱਧਾ ਆਨਸਰ ਬਣਦਾ ਹੈ ਟਾਈਗਰ ਬਿਫੋਰ ਏ ਪਾਮ ਟਰੀ। RBI ਸਿੱਧਾ ਕੁਐਸਚਨ ਬਣੇਗਾ ਕਿ ਹਾਂਜੀ ਦੱਸੋ ਕਿ RBI ਦੀ ਸਥਾਪਨਾ ਕਦੋਂ ਹੋਈ ਸੀ। RBI ਐਕਟ 1934 ਦੇ ਤਹਿਤ 1935 ਦੇ ਵਿੱਚ RBI ਦੀ ਸਥਾਪਨਾ ਹੋਈ ਸੀ। 1 ਅਪ੍ਰੈਲ ਤੋਂ ਇਹਨੇ ਆਪਰੇਸ਼ਨ ਸ਼ੁਰੂ ਕੀਤੇ ਸੀ, ਠੀਕ ਆ ਜੀ। ਹੁਣ ਜੇਕਰ ਪੇਪਰ ਦੇ ਵਿੱਚ ਕੁਐਸਚਨ ਆਵੇ ਕਿ ਹਾਂਜੀ RBI ਆ ਜਿਹੜੀ, ਠੀਕ ਆ, ਰਿਜ਼ਰਵ ਬੈਂਕ ਆਫ ਇੰਡੀਆ, ਇਹਦਾ ਨੈਸ਼ਨਲਾਈਜੇਸ਼ਨ ਕਦੋਂ ਹੋਇਆ ਸੀ ਜੀ 1949 ਦੇ ਵਿੱਚ ਇਹਦਾ ਰਾਸ਼ਟਰੀਕਰਨ, ਜਿਹਨੂੰ ਆਪਾਂ ਨੈਸ਼ਨਲਾਈਜੇਸ਼ਨ ਕਹਿੰਦੇ ਆ। ਇਹ ਚੀਜ਼ ਤੁਹਾਨੂੰ ਯਾਦ ਹੋਣੀ ਚਾਹੀਦੀ ਆ, ਬੇਸ਼ੱਕ ਇਹਨੂੰ ਨੋਟ ਕਰ ਲਓ। ਬਾਕੀ RBI ਟੌਪਿਕ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ ਦੇ ਵਿੱਚ ਕਰਵਾ ਦਾਂ, ਠੀਕ ਆ ਜੀ। ਸੋ ਅਜੇ ਥੋੜਾ ਜਿਹਾ ਸਮੇਂ ਦੀ ਕਮੀ ਹੁੰਦੀ ਆ ਕਿ ਆਪਣੇ ਦੂਜੇ ਸਬਜੈਕਟ ਵੀ ਰਹਿੰਦੇ ਆ ਤਾਂ ਕਰਕੇ ਨਹੀਂ ਹੋ ਰਿਹਾ ਹੈਗਾ। ਸੋ ਜਿੰਨਾ ਵੀ ਹੋ ਰਿਹਾ ਆਪਾਂ ਕੋਸ਼ਿਸ਼ ਕਰ ਰਹੇ ਹਾਂ ਜੀ। ਹਾਂਜੀ ਨੈਸ਼ਨਲ ਇਨਕਮ ਕੀ ਹੁੰਦੀ ਆ, ਇਕਨੋਮਿਕਸ ਤੋਂ ਕੁਐਸਚਨ ਆਪਾਂ ਪਤਾ ਹੋਇਆ ਵਾ, ਚੰਗੀ ਤਰ੍ਹਾਂ ਸਮਝਿਓ ਉਹਨੂੰ, ਇਹ ਕੀ ਚੀਜ਼ ਹੁੰਦੀ ਆ, ਸਮਝਣ ਵਾਲੀ ਚੀਜ਼ ਆ। ਮੈਂ ਤੁਹਾਨੂੰ ਥੋੜਾ ਜਿਹਾ ਕਰਵਾ ਦਾਂਗਾ, ਠੀਕ ਆ। ਸੋ ਦੇਖੋ ਜੀ ਇਹਦੇ ਵਿੱਚ ਉਹ ਕਹਿੰਦੇ ਮਨੀ ਵੈਲਿਊ ਆਫ ਗੁੱਡਸ ਐਂਡ ਸਰਵਿਸ ਪ੍ਰੋਡਿਊਸਡ ਇਨ ਏ ਕੰਟਰੀ ਡਿਊਰਿੰਗ ਏ ਈਅਰ। ਪਹਿਲੀ ਗੱਲ ਤਾਂ ਇਹ ਵਾਲਾ ਆਪਸ਼ਨ ਸਹੀ ਆ, ਆਹ ਕੱਟ ਦਿਓ, ਠੀਕ ਹੈ ਜੀ। ਇਹ ਆਪਾਂ ਕਰਨਾ ਨਹੀਂ, ਇੰਨਾ ਟਾਈਮ ਨਹੀਂ ਆਪਾਂ ਵੇਸਟ ਕਰਨਾ। ਨੈਸ਼ਨਲ ਇਨਕਮ ਦੀ ਵੈਲਿਊ ਹੁੰਦਾ ਕਿ 1 ਸਾਲ ਦੌਰਾਨ ਦੇਸ਼ ਵਿੱਚ ਪੈਦਾ ਕੀਤੀਆਂ ਗਈਆਂ ਵਸਤਾਂ ਅਤੇ ਸੇਵਾਵਾਂ ਦਾ ਪੈਸਾ ਮੁੱਲ, ਮੋਨੀਟਰੀ ਵੈਲਿਊ ਹੁੰਦੀ ਆ, ਜਿਹਨੂੰ ਕਿ ਆਪਾਂ ਨੈਸ਼ਨਲ ਇਨਕਮ ਕਹਿ ਦਿੰਦੇ ਆ, ਜਿਹਦੇ ਵਿੱਚ ਕਿ ਵੇਜਸ ਵੀ ਆ ਜਾਂਦੀਆਂ, ਫਾਈਨੈਂਸ਼ੀਅਲ ਵੀ ਆ ਗਿਆ, ਗੁੱਡਸ ਵੀ ਆ ਗਿਆ, ਸਰਵਿਸ ਰੈਂਟ ਹੋ ਗਿਆ, ਪ੍ਰੋਫਿਟ ਹੋ ਗਿਆ, ਲੈਂਡ ਹੋ ਗਿਆ, ਸਾਰੀਆਂ ਚੀਜ਼ਾਂ। ਹੁਣ ਇਹਦੇ ਵਿੱਚ ਨਾ ਇੱਕ ਵਰਡ ਹੋਰ ਐਡ ਕਰ ਲਿਓ, ਇੱਕ ਹੁੰਦੇ ਆ ਫਿਨਿਸ਼ ਗੁੱਡ, ਇੱਕ ਹੁੰਦੇ ਆ ਫਾਈਨਲ ਗੁੱਡਸ। ਇਹਦੇ ਵਿੱਚ ਇੱਥੇ ਗੱਲ ਕਈ ਵਾਰ ਨਾ ਫਾਈਨਲ ਗੁੱਡਸ ਹੁੰਦੇ ਨੇ ਇਹ, ਠੀਕ ਆ ਜੀ। ਜਿਹੜੇ ਫਾਈਨਲ ਗੁੱਡਸ ਹੁੰਦੇ ਨੇ ਇਹ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਮੋਨੀਟਰੀ ਵੈਲਿਊ ਨੈਸ਼ਨਲ ਇਨਕਮ ਨੂੰ ਹਵਾਲਾ ਕਰਦੀਆਂ ਨੇ। ਹੁਣ ਇੱਕ ਚੀਜ਼ ਹੋਰ ਧਿਆਨ ਰੱਖਿਓ, ਨੈਸ਼ਨਲ ਇਨਕਮ ਦੇ ਵਿੱਚ ਇੱਕ ਚੀਜ਼ ਹੋਰ ਵੀ ਜੁੜਦੀ ਹੁੰਦੀ ਆ। ਆਹ ਲਾਈਨ ਦੇ ਨਾਲ ਇੱਕ ਲਾਈਨ ਹੋਰ ਹੁੰਦੀ ਆ ਕਿ ਜੇਕਰ ਮੰਨ ਲਓ ਮਨੀ ਵੈਲਿਊ, ਮੰਨ ਲਓ ਕਿ ਕੋਈ ਵੈਲਿਊ ਆ, ਮੰਨ ਲਓ ਕਿ ਅਬਰੋਡ ਤੋਂ ਇਨਕਮ ਆ ਰਹੀ ਆ, ਇੰਡੀਆ ਨੂੰ ਇਨਕਮ ਹੋ ਰਹੀ ਆ ਅਬਰੋਡ ਤੋਂ। ਮੰਨ ਲਓ ਕਿ ਇਸ ਟਾਈਮ ਦੇ ਉੱਤੇ ਕੋਈ ਵੀ ਮੰਨ ਲਓ ਬੱਚਾ ਬਾਹਰ ਗਿਆ ਹੋਇਆ, ਬਾਹਰੋਂ ਪੈਸੇ ਭੇਜ ਰਿਹਾ ਆਪਦੇ ਪੇਰੈਂਟਸ ਨੂੰ ਜਾਂ ਆਪਦੇ ਕਿਸੇ ਵੀ ਉਹਨੂੰ ਹਨਾ ਰਿਸ਼ਤੇਦਾਰ ਨੂੰ ਪੈਸੇ ਭੇਜ ਰਿਹਾ, ਉਹ ਵੀ ਇੱਕ ਤਰ੍ਹਾਂ ਨਾਲ ਤੁਸੀਂ ਦੇਖੋਗੇ ਕਿਉਂਕਿ ਉਹ ਵੀ ਜੇ ਉੱਥੇ ਭਾਰਤ ਦੇ ਵਿੱਚ ਭੇਜ ਰਿਹਾ ਤਾਂ ਜਿਹੜਾ ਬੰਦਾ ਇਨਕਮ ਰਿਸੀਵ ਕਰ ਰਿਹਾ ਉੱਥੇ ਹੀ ਆਪਣੇ ਭਾਰਤ ਦੇ ਵਿੱਚ ਹੀ ਨਿਵੇਸ਼ ਕਰੂਗਾ ਉਹ ਚੀਜ਼ ਨੂੰ, ਹਨਾ। ਤਾਂ ਕਰਕੇ ਇਹ ਚੀਜ਼ ਹੁੰਦੀ ਆ, ਇਹ ਵੀ ਚੀਜ਼ ਯਾਦ ਰੱਖਣੀ ਆ, ਅਬਰੋਡ ਤੋਂ ਜਿਹੜੀ ਇਨਕਮ ਆਉਂਦੀ ਹੁੰਦੀ ਆ ਉਹ ਵੀ ਨੈਸ਼ਨਲ ਇਨਕਮ ਦੇ ਵਿੱਚ ਹੁੰਦੀ ਆ, ਠੀਕ ਆ ਜੀ, ਵਿੱਚ ਐਡ ਹੁੰਦੀ ਆ, ਇਨਕਲੂਡ ਹੁੰਦੀ ਆ। ਇਹ ਚੀਜ਼ ਯਾਦ ਰੱਖ ਲਿਓ, ਠੀਕ ਆ। 2 ਪੁਆਇੰਟ ਨੇ, ਇਹ ਚੀਜ਼ ਯਾਦ ਕਰੋ, ਹੋਰ ਕੁਛ ਆਪਾਂ ਨੂੰ ਬੜਾ ਜ਼ਿਆਦਾ ਕਰਨ ਦੀ ਲੋੜ ਨਹੀਂ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਜੀ, ਇੱਕ ਨਾ ਕੁਐਸਚਨ ਪੇਪਰ ਦੇ ਵਿੱਚ ਬਣਦਾ ਹੁੰਦਾ ਕਿ ਪਰ ਕੈਪੀਟਾ ਇਨਕਮ ਕੀ ਹੁੰਦੀ ਆ, ਪਰ ਕੈਪੀਟਾ ਇਨਕਮ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਆ। ਜਿਹੜੀ ਜੀ ਪਰ ਕੈਪੀਟਾ ਇਨਕਮ ਆ ਨਾ ਉਹਦਾ ਫਾਰਮੂਲਾ ਹੁੰਦਾ ਕਿ ਜੇਕਰ ਤੁਹਾਡੀ ਜਿੰਨੀ ਵੀ ਨੈਸ਼ਨਲ ਇਨਕਮ ਆ, ਠੀਕ ਆ ਜੀ, ਨੈਸ਼ਨਲ ਇਨਕਮ ਨੂੰ ਡਿਵਾਈਡ ਕੀਤਾ ਜਾਂਦਾ ਵਾ ਜਿੰਨੀ ਵੀ ਤੁਹਾਡੀ ਟੋਟਲ ਪਾਪੂਲੇਸ਼ਨ ਆ, ਠੀਕ ਆ। ਟੋਟਲ ਪਾਪੂਲੇਸ਼ਨ ਨੂੰ ਨੈਸ਼ਨਲ ਇਨਕਮ ਦੇ ਨਾਲ ਡਿਵਾਈਡ ਕੀਤਾ ਜਾਂਦਾ, ਤਾਂ ਕਰਕੇ ਇੱਕ ਐਵਰੇਜ ਨਿਕਲੇ ਆਉਂਦੀ ਆ ਕਿ ਹਾਂਜੀ ਕਿ ਪਰ ਕੈਪੀਟਾ ਇਨਕਮ ਕਿੰਨੀ ਚੱਲ ਰਹੀ ਆ, ਮਤਲਬ ਇੱਕ ਬੰਦੇ ਦੀ ਇਨਕਮ ਕਿੰਨੀ ਹੋ ਰਹੀ ਆ, ਠੀਕ ਆ। ਸੋ ਇਹਦੇ ਵਿੱਚ ਸਾਰੀਆਂ ਚੀਜ਼ਾਂ ਕਾਊਂਟ ਹੁੰਦੀਆਂ। ਸਿੱਧਾ ਤੁਹਾਨੂੰ ਕਈ ਵਾਰ ਪੇਪਰ 'ਚ ਕੁਐਸਚਨ ਹੁੰਦਾ ਕਿ ਪਰ ਕੈਪੀਟਾ ਇਨਕਮ ਕਿੰਨੇ ਆ, ਜੇਕਰ ਟੋਟਲ ਪਾਪੂਲੇਸ਼ਨ ਨੂੰ NI ਦੇ ਨਾਲ, ਠੀਕ ਆ, ਨੈਸ਼ਨਲ ਇਨਕਮ ਨੂੰ ਟੋਟਲ ਪਾਪੂਲੇਸ਼ਨ ਨਾਲ ਡਿਵਾਈਡ ਕਰਦੇ ਆ ਤਾਂ ਪਰ ਕੈਪੀਟਾ ਇਨਕਮ ਨਿਕਲੇ ਆਉਂਦੀ ਆ, ਠੀਕ ਆ। ਇਹ ਚੀਜ਼ ਹੁੰਦੀ ਆ, ਬਸ ਇਹ ਚੀਜ਼ ਤੁਸੀਂ ਯਾਦ
ਕਰ ਲਓ। ਮਤਲਬ ਹੁਣ ਮੇਨ ਨੈਸ਼ਨਲ ਇਨਕਮ ਕਿਉਂ ਕਾਊਂਟ ਹੁੰਦੀ ਆ? ਨੈਸ਼ਨਲ ਇਨਕਮ ਇਹ ਹੁੰਦੀ ਆ ਕਿ ਜੇਕਰ ਨੈਸ਼ਨਲ ਇਨਕਮ ਕੋਈ ਵੀ ਹੈ ਨਾ, ਕੋਈ ਵੀ ਦੇਸ਼ ਕਿਉਂ ਕੈਲਕੂਲੇਟ ਕਰੂਗਾ? ਤਾਂ ਕਰੂਗਾ ਆਪਦੀ ਮੈਜ਼ਰਮੈਂਟ ਕਰੂਗਾ ਕਿ ਸਾਡੀ ਜਿਹੜੇ ਨੇਸ਼ਨ ਆ ਉਹਦਾ ਗਰੋਥ ਹੋ ਰਿਹਾ ਕਿ ਨਹੀਂ ਹੋ ਰਿਹਾ। ਸਾਨੂੰ ਕੋਈ ਪਾਲਿਸੀ ਬਣਾਉਣ ਦੀ ਲੋੜ ਆ, ਕਿੰਨੇ ਪੈਸੇ ਸਾਡੇ ਆ ਰਹੇ ਨੇ, ਕਿੰਨੇ ਪੈਸੇ ਉਹ ਹੋ ਰਹੇ ਨੇ। ਬਾਕੀ ਨਾ ਇਹਦੀਆਂ ਬਹੁਤ ਟਰਮ ਹੁੰਦੀਆਂ ਨੈਸ਼ਨਲ ਇਨਕਮ ਦੀਆਂ, GDP, NNP ਹੋ ਗਿਆ ਜਾਂ ਆਪਣਾ GNP ਹੋ ਗਿਆ। ਅੱਗੇ ਆਪਾਂ ਇਹ ਨਾ ਬਹੁਤ ਵੱਡਾ ਟੌਪਿਕ ਆ, ਅਜੇ ਫਿਲਹਾਲ ਆਪਾਂ ਕਰਾਂਗੇ ਤਾਂ ਵੀਡੀਓ ਲੰਬੀ ਹੋ ਜਾਏਗੀ, ਠੀਕ ਹੈ ਜੀ। ਸੋ ਜੀ ਭਾਰਤ ਦਾ ਜਿਹੜਾ ਆਪਣਾ ਕਿਹੜੀ ਹੈਮੀਸਫੇਅਰ ਤੇ ਲਾਈ ਕਰਦਾ ਜੀ? PSSB ਦੇ ਇੱਕ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾ ਚੁੱਕਿਆ, ਸ਼ਾਇਦ ਕਲਰਕ ਦੇ ਵਿੱਚ ਹੀ ਪੁੱਛਿਆ ਕਿ ਇੰਡੀਆ ਕਿੱਥੇ ਲਾਈ ਕਰਦਾ, ਨਾਰਥਨ ਈਸਟਰਨ, ਸਾਊਥਨ ਈਸਟਰਨ, ਨਾਰਥਨ ਵੈਸਟਰਨ ਜਾਂ ਨਾਰਥਨ ਸਾਊਥਨ। ਸੋ ਜੀ ਸਿੱਧਾ ਸਿੱਧਾ ਕੁਐਸਚਨ ਬਣਦਾ ਵਾ, ਇਹਦਾ ਸਿੱਧਾ ਸਿੱਧਾ ਆਨਸਰ ਬਣਦਾ ਨਾਰਥਨ ਈਸਟ, ਉੱਤਰੀ ਤੇ ਪੂਰਬੀ ਹਿੱਸੇ ਦੇ ਵਿੱਚ ਹੈਮੀਸਫੇਅਰ ਦੇ ਉੱਤੇ ਭਾਰਤ ਲਾਈ ਕਰਦਾ ਦੁਨੀਆ ਦੇ। ਇਹ ਚੀਜ਼ ਬਹੁਤ 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 ਇੰਪੋਰਟੈਂਟ ਬਣਦੀ ਆ, ਠੀਕ ਆ ਜੀ। ਪੇਪਰ ਦੇ ਵਿੱਚ ਇਹ ਬਹੁਤ ਵਾਰ ਪੁੱਛੀ ਜਾ ਚੁੱਕੀ ਆ। ਜੇਕਰ ਆਪਣਾ ਪੰਜਾਬ ਪੁੱਛੇ ਕਿ ਪੰਜਾਬ ਆਪਣਾ ਕਿਹੜੇ ਹਿੱਸੇ 'ਚ ਆ, ਨਾਰਥ ਵੈਸਟਰਨ, ਠੀਕ ਹੈ ਜੀ। ਨਾਰਥਨ ਵੈਸਟਰਨ ਹਿੱਸੇ 'ਚ ਪੰਜਾਬ ਇੰਡੀਆ ਦੇ ਕਿਹੜੇ ਹਿੱਸੇ 'ਚ ਆ? ਨਾਰਥਨ ਵੈਸਟਰਨ ਦੇ ਵਿੱਚ। ਬਸ ਇਹ ਚੀਜ਼ ਯਾਦ ਕਰ ਲਓ, ਹੋਰ ਇਹਦੇ ਵਿੱਚ ਕੁਝ ਨਹੀਂ। ਹੁਣ ਆਪਾਂ ਥੋੜੀ ਸਪੀਡ ਹੋਰ ਵਧਾਈਏ ਜੀ। ਸੋ ਜੀ ਭਾਰਤ ਦਾ ਸਭ ਤੋਂ ਦੱਖਣੀ ਬਿੰਦੂ ਕਿਹੜਾ? ਸਾਊਥਰਨ ਮੋਸਟ ਪੁਆਇੰਟ ਆਫ ਇੰਡੀਆ, ਕੰਨਿਆ ਕੁਮਾਰੀ, ਰਾਮੇਸ਼ਵਰਮ, ਧਨੁਸ਼ਕੋਡੀ ਜਾਂ ਇੰਦਰਾ ਪੁਆਇੰਟ। ਇਹ ਕੁਐਸਚਨ ਵੀ PSSB ਦੇ ਇੱਕ ਪੇਪਰ 'ਚ ਸ਼ਾਇਦ ਕਲਰਕ ਦੇ ਵਿੱਚ ਹੀ ਪੁੱਛਿਆ ਜਾ ਚੁੱਕਿਆ। ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ, ਸੋ ਥੋੜਾ ਧਿਆਨ ਦਿਓ, ਠੀਕ ਹੈ ਜੀ। ਸੋ ਇਹ ਹੈਗਾ ਜੀ ਇੰਦਰਾ ਪੁਆਇੰਟ ਆ ਜੀ, ਅੰਡਮਾਨ ਨਿਕੋਬਰ ਆਈਲੈਂਡ ਦੇ ਉੱਤੇ ਇਹ ਸਥਿਤ ਆ। ਇੰਦਰਾ ਪੁਆਇੰਟ ਆਪਣਾ ਸਾਊਥਰਨ ਮੋਸਟ ਪੁਆਇੰਟ ਆ। ਬਹੁਤ ਵਾਰ ਪੇਪਰ ਦੇ ਵਿੱਚ ਇਹੋ ਜਿਹੇ ਕੁਐਸਚਨ ਰਿਪੀਟ ਹੁੰਦੇ ਨੇ, ਠੀਕ ਹੈ ਜੀ। ਹੁਣ ਜੀ ਨੈਕਸਟ ਆਪਾਂ ਕੁਐਸਚਨ ਦੇ ਉੱਤੇ ਆ ਗਏ ਜੀ, ਸਾਡਾ 16 ਨੰਬਰ ਕੁਐਸਚਨ ਤੇ ਆ ਗਏ ਜੀ। ਸੋ 16 ਨੰਬਰ ਕੁਐਸਚਨ ਆ ਗਿਆ ਜੀ, ਭਾਰਤੀ ਤੱਟ ਰੇਖਾ ਦੀ ਲੰਬਾਈ ਕਿੰਨੀ ਆ? ਕੋਸਟ ਲਾਈਨ ਦੀ ਲੰਬਾਈ ਕਿੰਨੀ ਆ ਜੀ? 8716, 7165, 9515 ਜਾਂ 7516। ਸੋ ਜੀ ਇਹਦਾ ਤੁਹਾਨੂੰ ਪਤਾ ਕਿ ਭਾਰਤੀ ਕੋਸਟ ਲਾਈਨ ਦੀ ਲੰਬਾਈ ਕਿੰਨੀ ਆ ਜੀ? 7516 ਕਿਲੋਮੀਟਰ ਲੰਬਾਈ ਆ। ਹੁਣ ਇਹਦੇ ਵਿੱਚ ਇੱਕ ਚੀਜ਼ ਥੋੜੀ ਜਿਹੀ ਹੋਰ ਧਿਆਨ ਦੇਣ ਯੋਗ ਤੁਹਾਡੇ ਲਈ ਇਹ ਚੀਜ਼ ਹੋਊਗੀ ਕਿ ਜੇਕਰ ਆਪਾਂ ਨੂੰ ਪੁੱਛਿਆ ਜਾਵੇ ਕਿ ਕਿੰਨੀਆਂ ਸਟੇਟਸ ਦੇ ਵਿੱਚੋਂ, 9 ਸਟੇਟਸ ਦੇ ਵਿੱਚੋਂ ਨਿਕਲਦੀ ਆ ਇਹ, ਸਭ ਤੋਂ ਵੱਡੀ ਕੋਸਟ ਲਾਈਨ ਕਿਹੜੀ ਸਟੇਟ ਦੇ ਵਿੱਚ ਆ ਜੀ? ਸਭ ਤੋਂ ਵੱਡੀ ਹੈਗੀ ਆ ਜੀ ਗੁਜਰਾਤ ਦੇ ਵਿੱਚ, ਠੀਕ ਆ। ਸਭ ਤੋਂ ਵੱਡੀ ਕੋਸਟ ਲਾਈਨ ਹੋ ਕੇ ਲੰਘਦੀ ਆ, ਠੀਕ ਆ। ਸ਼ਾਇਦ ਇਹ ਮੈਨੂੰ ਐਗਜ਼ੈਕਟ ਨਹੀਂ ਯਾਦ ਕਿ 1217 ਪਤਾ ਨਹੀਂ 1214 ਇੰਨੇ ਕੁ ਕਿਲੋਮੀਟਰ ਤੋਂ ਲੰਘਦੀ ਆ। ਸੋ ਇਹ ਚੀਜ਼ ਆ। ਤੇ ਇੱਕ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਮੈਂ ਕਿ ਇਹਦੇ ਵਿੱਚ ਕਈ ਵਾਰ ਪੇਪਰ ਦੇ ਵਿੱਚ ਸਿੱਧਾ ਕੁਐਸਚਨ ਇਹ ਪੁੱਛਿਆ ਜਾਂਦਾ ਵਾ ਕਿ ਹਾਂਜੀ ਦੱਸੋ ਭਾਰਤ ਦੀ ਜਿਹੜੀ ਆਪਣੀ ਮੰਨ ਲਓ ਕਿ ਇੰਡੀਆ ਦੀ ਲੈਂਡ ਕਿੰਨੀ ਆ? ਲੈਂਡ ਪੂਰੀ ਇੰਡੀਆ ਦੀ 32 ਲੱਖ, ਬਹੁਤ 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 ਇੰਪੋਰਟੈਂਟ ਕੁਐਸਚਨ ਆ। 32,87,263 ਕਿਲੋਮੀਟਰ ਲੈਂਡ ਏਰੀਆ ਵਾ, ਠੀਕ ਆ, ਆਪਣਾ ਭਾਰਤ ਦਾ। ਇਹ ਚੀਜ਼ ਹੋ ਗਈ, ਕਈ ਵਾਰ ਪੇਪਰ ਦੇ ਵਿੱਚ ਆ ਜਾਂਦਾ ਵਾ, ਠੀਕ ਆ ਜੀ। ਹੁਣ ਜੇਕਰ ਆਪਾਂ ਨੂੰ ਪੁੱਛਿਆ ਕਿ ਲੈਂਡ ਬਾਰਡਰ ਕਿੰਨਾ? 15,107 ਕਿਲੋਮੀਟਰ ਲੈਂਡ ਬਾਰਡਰ ਆ, ਠੀਕ ਆ ਜੀ, ਜਿਹੜਾ ਆਪਣਾ ਅਲੱਗ-ਅਲੱਗ ਜਿਹੜੀ ਕੰਟਰੀਜ਼ ਦੇ ਨਾਲ ਸ਼ੇਅਰ ਕਰਦੀ ਆ। ਕਿੰਨੀ ਕੰਟਰੀਜ਼ ਨਾਲ? 7 ਕੰਟਰੀਜ਼ ਦੇ ਨਾਲ ਸ਼ੇਅਰ ਕਰਦੀ ਆ। ਸਭ ਤੋਂ ਵੱਧ ਬਾਰਡਰ ਕਿਹਦੇ ਨਾਲ ਇੰਡੀਆ ਸ਼ੇਅਰ ਕਰਦੀ ਆ ਜੀ? ਬਾਰਡਰ ਦੀ ਗੱਲ ਹੋ ਰਹੀ ਆ ਜੀ, ਕੋਸਟ ਲਾਈਨ ਦੀ ਗੱਲ ਨਹੀਂ ਹੋ ਗਈ। ਸਭ ਤੋਂ ਵੱਧ 4,096 ਕਿਲੋਮੀਟਰ ਸ਼ੇਅਰ ਕਰਦੀ ਆ ਬੰਗਲਾਦੇਸ਼ ਦੇ ਨਾਲ। ਤੇ ਸਭ ਤੋਂ ਘੱਟ ਕਿਹਦੇ ਨਾਲ ਕਰਦੀ ਆ? 106 ਕਿਲੋਮੀਟਰ ਕਿਹਦੇ ਨਾਲ ਸ਼ੇਅਰ ਕਰਦੀ ਆ ਜੀ? ਇਹ ਕਰਦੀ ਆ ਜੀ ਅਫਗਾਨਿਸਤਾਨ ਨਾਲ, ਠੀਕ ਹੈ ਜੀ। ਸਭ ਤੋਂ ਘੱਟ ਅਫਗਾਨਿਸਤਾਨ ਨਾਲ, ਸਭ ਤੋਂ ਵੱਧ ਬੰਗਲਾਦੇਸ਼ ਨਾਲ। ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ ਇਹ। ਮੈਂ ਇਸੇ ਲਈ ਤੁਹਾਡੇ ਲਈ ਉਹੀ ਚੀਜ਼ਾਂ ਐਡ ਕਰਕੇ ਆਇਆ ਕਿ ਤੁਹਾਨੂੰ ਇੱਕ ਕੁਐਸਚਨ ਦੇ ਵਿੱਚ ਜ਼ਿਆਦਾ ਚੀਜ਼ਾਂ ਤੁਹਾਡੀਆਂ ਕਵਰ ਹੋ ਜਾਣ, ਠੀਕ ਹੈ ਜੀ। ਹੁਣ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ। ਬੇਕਿੰਗ ਸੋਡਾ ਪੁੱਛਿਆ ਜੀ ਉਹਨਾਂ ਨੇ। ਰਸਾਇਣਕ ਨੇਮ ਦੱਸੋ ਜੀ, ਬੇਕਿੰਗ ਸੋਡਾ ਦਾ ਰਸਾਇਣਕ ਨੇਮ ਕੀ ਆ ਜੀ? ਸਿੱਧੀ ਜੀ ਗੱਲ ਆ ਜੀ, ਇਹਦਾ ਬੇਕਿੰਗ ਸੋਡੇ ਦਾ ਸਿੱਧਾ ਰਸਾਇਣਕ ਨੇਮ ਹੈਗਾ ਜੀ ਸੋਡੀਅਮ ਬਾਈਕਾਰਬੋਨੇਟ। ਇਹਦਾ ਰਸਾਇਣਕ ਨੇਮ ਬਹੁਤ ਵਾਰ ਪੇਪਰ ਦੇ ਵਿੱਚ ਇਹ ਚੀਜ਼ ਪੁੱਛੀ ਜਾ ਚੁੱਕੀ ਆ। ਕਈ ਵਾਰ ਇਹਨੂੰ ਕੀ ਕਹਿ ਦਿੰਦੇ ਹੁੰਦੇ ਨਾ, ਇਹਨੂੰ ਕਹਿ ਦਿੰਦੇ ਆ ਜੀ ਸੋਡੀਅਮ ਹਾਈਡਰੋਜਨ ਕਾਰਬੋਨੇਟ ਵੀ ਕਹਿ ਦਿੰਦੇ ਨੇ, ਠੀਕ ਹੈ ਜੀ। ਹਾਈਡਰੋਜਨ ਕਾਰਬੋਨੇਟ ਵੀ ਕਹਿ ਦਿੰਦੇ ਨੇ। ਇਹ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਨਾ, ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਪੇਪਰ ਦੇ ਵਿੱਚ ਸਿੱਧੇ ਇਹ ਕੁਐਸਚਨ ਪੁੱਛੇ ਜਾਂਦੇ ਨੇ। ਇਹਦਾ ਫਾਰਮੂਲਾ ਕੀ ਆ ਜੀ? ਇਹਦਾ ਫਾਰਮੂਲਾ ਹੈਗਾ ਜੀ NaH, ਠੀਕ ਹੈ ਜੀ, NaHCO3 ਇਹਦਾ ਹੈਗਾ ਫਾਰਮੂਲਾ। ਕਈ ਵਾਰ ਪੇਪਰ ਦੇ ਵਿੱਚ ਕੁਐਸਚਨ ਹੁੰਦਾ ਕਿ ਵਾਸ਼ਿੰਗ ਸੋਡਾ, ਇਹ ਤਾਂ ਸੀਗਾ ਜੀ ਬੇਕਿੰਗ, ਇਹਦੇ ਵਿੱਚ ਕਨਫਿਊਜ਼ ਨਾ ਹੋਇਓ। ਇੱਕ ਹੁੰਦਾ ਵਾਸ਼ਿੰਗ ਸੋਡਾ ਦਾ ਕੀ ਵਾ? ਸੋਡੀਅਮ ਕਾਰਬੋਨੇਟ ਆ, ਠੀਕ ਆ ਜੀ। ਇਹਦਾ ਆਪਣਾ ਕੈਮੀਕਲ ਨੇਮ। ਬਹੁਤ ਇੰਪੋਰਟੈਂਟ ਕੁਐਸਚਨ ਬਣਦੇ ਨੇ। Na2CO3 ਇਹਦਾ ਹੈਗਾ ਵਾ ਆਪਣਾ Na2CO3 ਇਹਦਾ ਹੈਗਾ ਵਾ ਜੀ ਆਪਣਾ ਰਸਾਇਣਕ ਨੇਮ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਕੁਐਸਚਨ ਬਣਦੇ ਆ। ਹੁਣ ਜੀ ਨੈਕਸਟ ਕੁਐਸਚਨ ਦੇ ਉੱਤੇ ਆ ਗਏ ਜੀ ਆਪਾਂ। ਪਹਿਲਾ ਭਾਰਤੀ ਨੋਬਲ, 3 ਕੁਐਸਚਨ ਰਹਿ ਗਏ ਜੀ ਆਪਣੇ। ਪਹਿਲਾ ਭਾਰਤੀ ਨੋਬਲ ਪੁਰਸਕਾਰ ਜੇਤੂ ਕੌਣ ਸੀ ਜੀ? ਇਹ ਸੀਗਾ ਜੀ ਫਸਟ ਇੰਡੀਅਨ ਨੋਬਲ ਪ੍ਰਾਈਜ਼ ਵਿਨਰ ਸੀਗਾ ਜੀ ਰਵਿੰਦਰਨਾਥ ਟੈਗੋਰ। ਇਹਨੇ ਕਦੋਂ ਜਿੱਤਿਆ ਸੀ ਜੀ? 1913 ਦੇ ਵਿੱਚ ਜਿੱਤਿਆ ਸੀ। ਤੇ CV ਰਮਨ ਨੇ ਕਦੋਂ ਜਿੱਤਿਆ ਸੀ? 1930 ਦੇ ਵਿੱਚ ਜਿੱਤਿਆ ਸੀ। ਜਿਹੜਾ ਇਹਨੇ 1 ਮਿੰਟ ਮੈਂ ਤੁਹਾਨੂੰ ਚੰਗੀ ਤਰ੍ਹਾਂ ਹੀ ਕਰਵਾ ਦਿੰਦਾ ਜੀ। ਹੁਣ CV ਰਮਨ, ਇਹਦਾ ਅਗਲੀ ਕਲਾਸ ਆਪਣੀ ਆ ਜਾਏਗੀ, ਤੁਸੀਂ ਬੇਸ਼ੱਕ ਨੋਟ ਨਾ ਕਰਿਓ, ਠੀਕ ਹੈ ਜੀ। 1930 ਦੇ ਵਿੱਚ ਜਿੱਤਿਆ ਸੀ ਫਿਜ਼ਿਕਸ ਦੇ ਵਿੱਚ, ਠੀਕ ਹੈ ਜੀ। ਇਹ ਕੁਐਸਚਨ ਬਣਦੇ ਨੇ। ਮਦਰ ਟਰੇਸਾ ਨੇ 1979 ਦੇ ਵਿੱਚ ਜਿੱਤਿਆ ਸੀ, ਠੀਕ ਹੈ ਜੀ। ਇਹਨੇ ਕਿਹਦੇ ਵਿੱਚ? ਪੀਸ ਦੇ ਵਿੱਚ ਜਿੱਤਿਆ ਸੀ ਮਦਰ ਟਰੇਸਾ ਜੀ ਨੇ।
ਤੇ ਰਵਿੰਦਰਨਾਥ ਟੈਗੋਰ ਪਹਿਲੇ ਸੀਗੇ ਜਿਨ੍ਹਾਂ ਨੂੰ ਕਿ ਮਿਲਿਆ ਸੀ 1913 'ਚ। ਪਹਿਲੇ ਏਸ਼ੀਅਨ ਵੀ ਸੀ, ਭਾਰਤੀ ਤਾਂ ਹੈਗੇ ਹੀ ਸੀ, ਨਾਲੇ ਪਹਿਲੇ ਏਸ਼ੀਅਨ ਸੀਗੇ ਜਿਨ੍ਹਾਂ ਨੂੰ ਉਹ ਮਿਲਿਆ ਸੀ। ਕਿਹਦੇ ਵਿੱਚ ਮਿਲਿਆ ਸੀ ਇਹਨਾਂ ਨੂੰ? ਸ਼ਾਇਦ ਕੈਮਿਸਟਰੀ ਦੇ ਵਿੱਚ ਮਿਲਿਆ ਸੀ। ਹਾਂਜੀ, ਕੈਮਿਸਟਰੀ ਦੇ ਵਿੱਚ ਇਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ ਸੀ। ਠੀਕ ਹੈ, ਸੌਰੀ ਨਹੀਂ, ਇਹ ਮਿਲਿਆ ਸੀ ਜੀ ਲਿਟਰੇਚਰ ਦੇ ਵਿੱਚ ਇਹਨਾਂ ਨੂੰ। ਲਿਟਰੇਚਰ ਦੇ ਵਿੱਚ ਮਿਲਿਆ ਸੀ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ। ਠੀਕ ਆ, ਇਹਨਾਂ ਨੂੰ ਲਿਟਰੇਚਰ ਦੇ ਵਿੱਚ, ਇਹਨਾਂ ਨੂੰ ਫਿਜ਼ਿਕਸ ਦੇ ਵਿੱਚ। ਇਹ ਪੀਸ ਸਹੀ ਆ। ਠੀਕ ਆ ਜੀ, ਇਹਨਾਂ ਦਾ ਕੋਈ ਹੋਰ ਨਹੀਂ ਹੈ। ਠੀਕ ਹੈ, ਮਦਰ ਟਰੇਸਾ ਦਾ। ਸੋ ਨੋਬਲ ਪੁਰਸਕਾਰ ਬਾਰੇ ਆਪਾਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦੇ ਹਾਂ ਜੀ। 1901 ਦੇ ਵਿੱਚ ਸਵੀਡਨ ਦੇ ਵਿੱਚ ਸ਼ੁਰੂਆਤ ਗਈ ਸੀ। ਅਲਫਰਡ ਨੋਬਲ ਦੀ ਯਾਦ ਦੇ ਵਿੱਚ ਇਹ ਚੀਜ਼ ਮਨਾਈ ਗਈ ਸੀ। ਇਹ 5 ਖੇਤਰਾਂ 'ਚ ਦਿੱਤਾ ਜਾਂਦਾ ਸੀ। ਪਹਿਲਾਂ ਫਿਜ਼ਿਕਸ ਦੇ ਵਿੱਚ, ਕੈਮਿਸਟਰੀ 'ਚ, ਫਿਜ਼ੀਓਲੋਜੀ, ਮੈਡੀਸਨ, ਲਿਟਰੇਚਰ ਤੇ ਪੀਸ ਦੇ ਵਿੱਚ। ਫਿਰ ਤਾਂ 1968 ਦੇ ਵਿੱਚ ਇੰਸਟੀਟਿਊਟ ਕੀਤਾ ਗਿਆ ਇਕਨੋਮਿਕਸ ਸਾਇੰਸ ਦੇ ਵਿੱਚ। ਇੰਟਰੋਡਿਊਸ ਕੀਤਾ। ਹੁਣ ਇਹ 6 ਖੇਤਰਾਂ 'ਚ ਦਿੱਤਾ ਜਾਂਦਾ। ਠੀਕ ਆ, 6ਵਾਂ ਖੇਤਰ ਆ ਗਿਆ। ਠੀਕ ਆ, ਸੋ ਇਹ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਸੋ ਇਹਦੇ ਉੱਤੇ ਮੈਂ ਕੋਈ ਦਿੱਕਤ ਵਾਲੀ ਗੱਲ ਨਹੀਂ। ਅਗਲੀ ਆਪਣੀ ਸਟੈਟਿਕ ਜੀਕੇ ਦੀ ਕਲਾਸ ਇਹੀ ਆ। ਠੀਕ ਆ, ਇਸੇ ਲਈ ਮੈਂ ਤੁਹਾਨੂੰ ਬਾਹਲਾ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਕਰਾਵਾਂਗਾ। ਹੁਣ ਜੀ 2 ਕੁਐਸਚਨ ਆਪਾਂ ਪੰਜਾਬ ਜੀਕੇ ਦੇ ਐਡ ਕੀਤੀ ਆ ਕਿ ਇਹਨਾਂ ਹੇਠਲਿਆਂ ਦੇ ਵਿੱਚੋਂ ਕਿਹੜੇ ਗੁਰੂ ਸਾਹਿਬ ਆਪਣੇ ਬਲੱਡ ਰਿਲੇਸ਼ਨ ਦੇ ਵਿੱਚ ਨਹੀਂ ਸੀ? ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਅੰਗਦ ਦੇਵ ਜੀ ਜਾਂ ਗੁਰੂ ਅਮਰਦਾਸ ਜੀ। ਸੋ ਇਹ ਵੀ ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ, ਤੁਹਾਨੂੰ ਇਹ ਆਉਣਾ ਚਾਹੀਦਾ ਵਾ, ਇਹਦਾ ਬਿਲਕੁਲ ਵੀ ਮਿਸ ਨਾ ਕਰਿਓ। ਠੀਕ ਹੈ ਜੀ, ਗੁਰੂ ਅਰਜਨ ਦੇਵ ਜੀ ਆਪਾਂ ਨੂੰ ਪਤਾ ਕਿ ਗੁਰੂ ਹਰਗੋਬਿੰਦ ਜੀ ਦੇ ਫਾਦਰ ਸੀਗੇ, ਤੇ ਆਪਣੇ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਫਾਦਰ ਸੀਗੇ। ਠੀਕ ਹੈ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ ਸੀਗੇ ਜੀ ਗੁਰੂ ਅਮਰਦਾਸ ਜੀ ਨਹੀਂ ਸੀਗੇ। ਠੀਕ ਹੈ ਜੀ, ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਦੇ ਫਾਦਰ ਨਹੀਂ ਸੀ। ਸੋ ਇਹ ਵਾਲਾ ਕੁਐਸਚਨ ਬਣ ਗਿਆ ਵਾ ਆਪਣਾ। ਤਾਂ ਗੁਰੂ ਰਾਮਦਾਸ ਜੀ ਜਿਹੜੇ ਸੀਗੇ ਉਹ ਆਪਣੇ ਚੌਥੇ ਗੁਰੂ ਸੀ ਜਾਂ 5ਵੇਂ ਗੁਰੂ ਸੀਗੇ। ਠੀਕ ਹੈ, ਸੋ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਫਾਦਰ ਸੀ। ਕਈ ਵਾਰ ਨਾ ਪੇਪਰ 'ਚ ਹੁੰਦਾ ਕਿ ਮਸੰਦ ਪ੍ਰਥਾ ਕਿਹਨੇ ਸ਼ੁਰੂ ਕੀਤੀ ਸੀ? ਮਸੰਦ ਪ੍ਰਥਾ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਸੀ। ਪੇਪਰ 'ਚ ਆਊਗੇ ਮਸੰਦ ਪ੍ਰਥਾ ਖਤਮ ਕਿਹਨੇ ਕੀਤੀ ਸੀ? ਮਸੰਦ ਪ੍ਰਥਾ ਖਤਮ ਕੀਤੀ ਸੀ ਜੀ ਗੁਰੂ ਗੋਬਿੰਦ ਸਿੰਘ ਜੀ ਨੇ। ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਾਰਾ ਕੁਝ ਕਰਾਇਆ ਹੋਇਆ। ਗੁਰਮੁਖੀ ਲਿਪੀ ਦੀ ਕਾਢ ਕਿਹਨੇ ਕੱਢੀ ਸੀ ਜੀ? ਇਹ ਸੀਗੇ ਜੀ ਆਪਣੇ ਗੁਰੂ ਅੰਗਦ ਦੇਵ ਜੀ। ਠੀਕ ਆ ਜੀ, ਸੋ ਇਹ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਪੇਪਰ ਦੇ ਵਿੱਚ। ਇਹ ਵਾਲੀਆਂ ਚੀਜ਼ਾਂ ਬਾਰ-ਬਾਰ ਪੁੱਛੀਆਂ ਜਾਂਦੀਆਂ ਨੇ, ਚਾਹੇ ਤੁਸੀਂ ਜਿੰਨਾ ਮਰਜ਼ੀ ਉਹ ਕਰ ਲਓ, ਜਿਹੜਾ ਕੁਝ ਮਰਜ਼ੀ ਪੜ੍ਹ ਲਓ, ਇਹੋ ਜਿਹੇ ਕੁਐਸਚਨ ਪੇਪਰ 'ਚ ਆਉਂਦੇ ਹੀ ਆਉਂਦੇ ਆ। ਤੇ ਨੈਕਸਟ ਆ ਹਰਿਮੰਦਰ ਸਾਹਿਬ ਦੀ ਉਸਾਰੀ ਕਿਹਨਾਂ ਨੇ ਕਰਾਈ ਸੀ ਜੀ? ਇਹ ਕਰਵਾਈ ਸੀ ਜੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ। ਇਹ ਵੀ ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਸੀ। ਅਕਾਲ ਤਖਤ ਦਾ ਨਿਰਮਾਣ ਕਿਹਨੇ ਕਰਵਾਇਆ ਸੀ ਜੀ? ਇਹ ਆਪਣੇ ਗੁਰੂ ਹਰਗੋਬਿੰਦ ਜੀ ਨੇ ਕਰਵਾਇਆ ਸੀ। ਇਹ ਪੰਜਾਬ ਪੁਲਿਸ ਦੇ ਵਿੱਚ ਕੁਐਸਚਨ ਪੁੱਛਿਆ ਜਾ ਚੁੱਕਿਆ 2 ਵਾਰੀ, ਪਤਾ ਨਹੀਂ 1 ਵਾਰੀ 2021 'ਚ। ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਬਾਰ-ਬਾਰ ਪੁੱਛੇ ਜਾਂਦੇ ਨੇ। ਠੀਕ ਹੈ ਜੀ, ਬਸ ਇਹੀ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਸੋ ਜੀ ਲਾਸਟ ਕੁਐਸਚਨ ਤੇ ਆ ਗਏ। ਠੀਕ ਹੈ ਜੀ, ਸੋ ਕਲਾਸ ਥੋੜੀ ਜਿਹੀ 5-4 ਮਿੰਟ ਲੰਬੀ ਹੋ ਗਈ, ਪਰ ਫਿਰ ਵੀ ਤੁਹਾਨੂੰ ਕੁਐਸਚਨ ਮੇਰੇ ਅਕੋਰਡਿੰਗ ਬਹੁਤ ਸਾਰੇ ਕਵਰ ਆਪਾਂ ਕਰਵਾਤੇ ਹੋਏ ਆ। ਵਿਚ ਆਫ ਦਾ ਫੋਲੋਇੰਗ, ਇਹਨਾਂ ਚੋਂ ਜੋਗ੍ਰਾਫੀਕਲ ਲੋਕੇਸ਼ਨ ਉਹਨਾਂ ਨੇ ਪੁੱਛੀ ਆ ਜੀ 7355 ਨਾਰਥ। ਠੀਕ ਹੈ ਜੀ, 73 ਤੋਂ 55 ਨਾਰਥ ਤੇ ਲੈ ਕੇ 7650 ਤੱਕ, ਤੇ 2855 ਤੋਂ ਲੈ ਕੇ 2850 ਤੱਕ ਈਸਟ। ਠੀਕ ਹੈ ਜੀ, 29 30 32 32 ਨਾਰਥ, 73 55 76 50 ਈਸਟ। ਬਸ ਨੋਰਮਲੀ ਤੁਹਾਡਾ ਯਾਦ ਹੋਣਾ ਚਾਹੀਦਾ ਵਾ, ਇਹ ਚੀਜ਼ ਇੰਪੋਰਟੈਂਟ ਬਣਦੀ ਆ। ਜੇਕਰ ਆਪਾਂ ਨੂੰ ਲੌਂਗੀਟਿਊਡ ਪੁੱਛਣ, ਲੌਂਗੀਟਿਊਡ ਤਾਂ 73 50 ਸਿੱਧੀ ਜੀ ਗੱਲ ਆ। ਲੌਂਗੀਟਿਊਡ ਦਾ ਮਤਲਬ ਲੰਬਾਈ, ਤਾਂ ਲੌਂਗੀਟਿਊਡ ਹੋ ਗਿਆ। ਲੈਟੀਟਿਊਡ ਪੁੱਛਣਾ ਮਤਲਬ ਕਿ ਇੱਕ ਆਪਾਂ ਕਹਿ ਸਕਦੇ ਹਾਂ ਕਿ ਲੇਟੀ ਹੋਈ ਚੀਜ਼। ਠੀਕ ਹੈ, ਲੇਟੀ ਹੋਈ ਚੀਜ਼ ਘੱਟ ਹੀ ਹੋਏਗੀ। ਸੋ ਕਈ ਵਾਰ ਅਲੱਗ-ਅਲੱਗ ਵੀ ਪੁੱਛ ਲੈਂਦੇ ਹੁੰਦੇ ਨੇ। ਠੀਕ ਹੈ ਜੀ, ਬਾਕੀ ਤੁਹਾਨੂੰ ਸਾਰਾ ਕੁਝ ਮੇਰਾ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੀ ਹੋਇਆ ਕਿ ਹਾਂਜੀ ਇਹਦੇ ਵਿੱਚ ਕੀ ਹੁੰਦਾ, ਫਿਰ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ। 50,362 ਕਿਲੋਮੀਟਰ ਆਪਣਾ ਪੰਜਾਬ ਦਾ ਏਰੀਆ ਵਾ। ਤੇ ਨੈਕਸਟ ਆਪਾਂ ਨੂੰ ਜੇਕਰ ਪੁੱਛੇ ਕਿ ਹਾਂਜੀ ਵੈਸਟ ਦੇ ਵਿੱਚ ਕੀ ਆ, ਵੈਸਟ ਦੇ ਵਿੱਚ ਪਾਕਿਸਤਾਨ ਦੇ ਨਾਲ ਸਰਹੱਦ ਸਾਂਝੀ ਕਰਦਾ 3 ਸਟੇਟਸ ਨੇ, 2 ਯੂਟੀਸ ਦੇ ਨਾਲ ਆਪਣੀ ਸਰਹੱਦ ਸਾਂਝੀ ਹੁੰਦੀ ਆ। ਠੀਕ ਆ, ਪੰਜਾਬ ਦੀ ਗੱਲ ਹੋ ਰਹੀ ਆ। ਨਾਰਥ ਵੈਸਟ ਪਾਰਟ ਮੈਂ ਤੁਹਾਨੂੰ ਕਰਵਾ ਚੁੱਕਿਆ। ਤੇ ਨਾਰਥ ਦੇ ਵਿੱਚ ਕਿਹੜੀ ਆਪਣੀ ਸਟੇਟ ਮੌਜੂਦ ਆ, ਇੱਕ ਵਾਰੀ ਕਰਵਾ ਦਿੰਦੇ ਆ ਤੁਹਾਨੂੰ। ਨਾਰਥ ਦੇ ਵਿੱਚ ਹੈਗੀ ਆ ਜੀ ਜੰਮੂ ਐਂਡ ਕਸ਼ਮੀਰ। ਪੇਪਰ ਦੇ ਵਿੱਚ ਬਹੁਤ ਵਾਰ ਪੁੱਛ ਚੁੱਕਿਆ ਕਿ ਜੰਮੂ ਐਂਡ ਕਸ਼ਮੀਰ ਕਿਹੜੇ 'ਚ ਆ। ਨਾਰਥ ਈਸਟ ਪੁੱਛ ਲਵੇ ਆਪਾਂ ਨੂੰ ਤਾਂ ਇਹ ਹੈਗੀ ਆ ਜੀ ਹਿਮਾਚਲ ਪ੍ਰਦੇਸ਼ ਆਪਣੀ ਹੈਗੀ ਆ ਨਾਰਥ ਈਸਟ ਦੇ ਵਿੱਚ। ਸਾਊਥ ਜਾਂ ਸਾਊਥਰਨ ਈਸਟ ਪੁੱਛ ਲਵੇ ਆਪਾਂ ਨੂੰ ਤਾਂ ਸਾਊਥਰਨ ਦੇ ਵਿੱਚ ਹੈਗੀ ਆ, ਜ਼ਿਆਦਾਤਰ ਸਾਊਥ ਪੁੱਛੂਗਾ ਤੁਹਾਨੂੰ। ਪੇਪਰ 'ਚ ਕੁਐਸਚਨ ਆ ਚੁੱਕਾ ਕਿ ਸਾਊਥ ਦੇ ਵਿੱਚ ਕਿਹੜੀ ਚੀਜ਼, ਕਿਹੜਾ ਆਪਣਾ ਸਟੇਟ ਮੌਜੂਦ ਆ। ਇਹ ਹੈਗੀ ਹੈ ਜੀ ਹਰਿਆਣਾ, ਸਾਊਥ ਦੇ ਵਿੱਚ ਹਰਿਆਣਾ। ਜੇਕਰ ਸਾਊਥ ਵੈਸਟ ਪੁੱਛ ਲਵੇ ਆਪਾਂ ਨੂੰ ਤਾਂ ਰਾਜਸਥਾਨ ਆਊਗਾ। ਠੀਕ ਆ, ਸੋ ਇਹ ਚੀਜ਼ਾਂ ਨੇ ਪੇਪਰ ਦੇ ਵਿੱਚ, ਇਹ ਵਾਲੀਆਂ ਚੀਜ਼ਾਂ ਬਾਰ-ਬਾਰ ਰਿਪੀਟ ਹੁੰਦੀਆਂ ਨੇ। ਆਪਾਂ ਤੁਹਾਨੂੰ PDF ਦਿੱਤੀ ਹੋਈ ਆ, ਤਾਂ ਕਰਕੇ ਮੈਂ ਜ਼ਿਆਦਾ ਚੰਗੀ ਤਰ੍ਹਾਂ ਲਿਖ ਨਹੀਂ ਰਿਹਾ ਗਾ। ਠੀਕ ਆ, ਸੋ ਜਿੰਨਾ ਵੀ ਆ ਤੁਹਾਡੇ ਕੋਲ PDF ਮੌਜੂਦ ਆ, ਤੁਸੀਂ ਆਰਾਮ ਨਾਲ ਉਹਦੀ ਬਾਰ-ਬਾਰ ਰਿਵੀਜ਼ਨ ਕਰੋਗੇ, ਉਹਦੇ ਵਿੱਚੋਂ ਕੁਐਸਚਨ ਬਹੁਤ ਕਵਰ ਹੋ ਜਾਣਗੇ ਤੁਹਾਡੇ। ਠੀਕ ਆ ਜੀ, ਸੋ ਇਹ ਸੀਗੀ ਜੀ ਆਪਣੀ ਅੱਜ ਦੀ ਕਲਾਸ। ਤਾਂ ਅਗਲੀ ਕਲਾਸ ਆਪਣੀ ਹੋਊਗੀ ਜੀ 21 ਤੋਂ 40 MCQ ਕੱਲ੍ਹ ਨੂੰ ਕਰਾਂਗੇ ਆਪਾਂ। ਨਾਲ ਹੀ ਆਪਣੀ ਪੋਲਿਟੀ ਦੀ ਕਲਾਸ ਵੀ ਆਪਣੀ ਕੱਲ੍ਹ ਨੂੰ ਹੋਊਗੀ 26 ਨੰਬਰ ਕਲਾਸ। ਠੀਕ ਆ ਜੀ, ਸੋ ਇਹਦੀ ਹੁਣ ਮੈਂ ਬਾਰ-ਬਾਰ ਕੋਈ ਵੀ ਕੈਂਡੀਡੇਟ ਮੈਨੂੰ PDF ਲਈ ਨਾ ਕਹੇ, ਆਪਾਂ ਕੋਈ PDF ਤੁਹਾਨੂੰ ਸੈਂਡ ਨਹੀਂ ਕਰ ਦੇਂਗੇ ਅਜੇ। ਜਦੋਂ ਮੈਂ ਤੁਹਾਨੂੰ ਆਪਣੇ ਆਪ ਸੈਂਡ ਕਰ ਦੂੰਗਾ, ਜਦੋਂ ਮੈਨੂੰ ਲੱਗੂਗਾ ਕਿ ਹਾਂ PDF ਤੁਹਾਨੂੰ ਲੋੜ ਆ, ਤੁਹਾਡਾ ਐਗਜ਼ਾਮ ਨੇੜੇ ਆ ਜਾਂ ਇਹਦੇ ਵਿੱਚ ਕੋਈ ਚੀਜ਼ ਐਡ ਕਰਨ ਵਾਲੀ ਆ, ਮੈਂ ਤੁਹਾਨੂੰ PDF ਸੈਂਡ ਕਰ ਦੂੰਗਾ। ਅਜੇ ਕੋਈ PDF ਨਹੀਂ ਸੈਂਡ ਕਰਨੀ, ਕਿਉਂਕਿ ਮੈਂ PDF ਸੈਂਡ ਪਹਿਲਾਂ ਤੁਹਾਨੂੰ ਕੀਤੀਆਂ ਨੇ, ਪਰ ਜਦੋਂ ਮੈਂ ਕਿਊਜ਼ ਪਾਉਣਾ, ਠੀਕ ਆ, ਇੰਨੇ ਸੌਖੇ ਕੁਐਸਚਨ ਵੀ ਕੈਂਡੀਡੇਟ ਗਲਤ ਕਰਦੇ ਨੇ, ਤਾਂ ਮੇਰਾ ਮਿਹਨਤ ਕੀਤਾ
ਕੀਤੇ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਕਿ ਮੈਂ ਨਾਲ ਇੰਨੀ ਮਿਹਨਤ ਕਰਕੇ ਠੀਕ ਹੈ ਕਲਾਸ ਤਿਆਰ ਕਰਦਾ 6 ਤੋਂ 7 ਘੰਟੇ ਲਿਆ ਕੇ ਤੁਹਾਡੀ ਲਈ ਥਿਊਰੀ ਕਲਾਸ ਤਿਆਰ ਕੀਤੀ ਤੇ ਜਦੋਂ ਤੁਹਾਡੇ ਟੈਲੀਗ੍ਰਾਮ ਦੇ ਉੱਤੇ ਕੁਇਜ਼ ਪਾਏ ਤਾਂ ਤੁਹਾਨੂੰ PDF ਵੀ ਤੁਹਾਨੂੰ ਸ਼ੇਅਰ ਕਰਕੇ ਬਾਅਦ ਚੋਂ ਵੀ ਕੁਇਜ਼ ਪਾ ਕੇ ਮੈਂ ਦੇਖ ਲਏ ਫਿਰ ਵੀ ਜ਼ਿਆਦਾਤਰ ਕੈਂਡੀਡੇਟ ਗਲਤ ਜਦੋਂ ਮਾਰਕ ਕਰਦੇ ਉਦੋਂ ਫਿਰ ਐਂ ਹੁੰਦਾ ਕਿ ਹਾਂਜੀ ਇੰਨੀ ਮਿਹਨਤ ਕੀਤੀ ਆ ਤੇ ਤੁਸੀਂ ਬਾਅਦ ਵਿੱਚ ਉਹ ਵੀ ਚੀਜ਼ਾਂ ਗਲਤ ਕਰਦੇ ਹੋ। PDF ਮੈਂ ਇੱਕ ਤਰੀਕੇ ਨਾਲ ਸ਼ੇਅਰ ਕਰੂੰਗਾ ਨਾਲੇ ਇਹੋ ਜਿਹੇ ਤਰੀਕੇ ਨਾਲ ਸ਼ੇਅਰ ਕਰੂੰਗਾ ਜਦੋਂ ਵੀ ਇਹਦੀ PDF ਸ਼ੇਅਰ ਕਰੂੰਗਾ ਕਿ ਹਾਂਜੀ ਤੁਹਾਨੂੰ ਉਹ ਚੀਜ਼ਾਂ ਯਾਦ ਹੋਣਗੀਆਂ ਜਿਹੜੀ ਚੀਜ਼ ਆਪਾਂ ਕਰਵਾਈ ਆ। ਸੋ ਇਹਦਾ ਕਿਸੇ ਰੀਜ਼ਨ ਕਰਕੇ ਮੈਂ ਕਹਿ ਰਿਹਾ ਸਿਰਫ ਆ ਕੇ YouTube ਤੇ ਕਲਾਸ ਦੇਖੋ। ਅੱਜ ਕਲਾਸ ਆਪਣੀ 5-7 ਮਿੰਟ ਲੰਬੀ ਜ਼ਰੂਰ ਹੋਗੀ ਪਰ ਕੱਲ ਤੋਂ ਆਪਾਂ ਕੋਸ਼ਿਸ਼ ਕਰਾਂਗੇ ਕਿ 30 ਤੋਂ 35 ਮਿੰਟ ਦੇ ਵਿੱਚ ਆਪਣੀ ਕਲਾਸ ਖਤਮ ਹੋਵੇ ਕਿਉਂਕਿ ਅੱਜ ਥੋੜੇ ਜਿਹੇ ਕੁਐਸਚਨ ਵੀ ਸਟੇਟਮੈਂਟ ਬੇਸ ਜਾਂ ਥੋੜੇ ਜਿਹੇ ਵੱਡੇ ਕੁਐਸਚਨ ਸੀ। ਕੱਲ ਥੋੜੇ ਜਿਹੇ ਕੁਐਸਚਨ ਆਪਾਂ ਘੱਟ ਰਹੇ ਪਰ ਇਹ ਕਲਾਸ ਦੇ ਵਿੱਚ ਤੁਸੀਂ ਖੁਦ ਦੇਖ ਲਓ ਗਿਣਤੀ ਮਾਰ ਲਓ ਕਿ ਕਿੰਨੇ ਕੁਐਸਚਨ ਤੁਹਾਡੇ ਕਵਰ ਹੋ ਗਏ। 80 ਕੁਐਸਚਨ ਦੇ ਲਗਭਗ ਮੇਰੇ ਅਕੋਰਡਿੰਗ 80 ਜਾਂ 100 ਕੁਐਸਚਨ ਤੁਹਾਡੇ ਇਹਦੇ ਵਿੱਚ ਕਲਾਸ 'ਚ ਕਵਰ ਹੋ ਗਏ ਹੋਏ ਆ। ਠੀਕ ਹੈ ਜੀ। ਸੋ ਕੱਲ ਤੋਂ ਆਪਾਂ ਥੋੜੀ ਜਿਹੀ ਹੋਰ ਸਪੀਡ ਅਪ ਕਰਾਂਗੇ। ਠੀਕ ਹੈ ਜੀ। ਹੋਰ ਆਪਾਂ 5-10 ਮਿੰਟ ਤੁਹਾਡੇ ਘੱਟ ਹੀ ਲਵਾਂਗੇ ਪਰ ਜੇਕਰ ਤੁਸੀਂ ਰੈਗੂਲਰ ਅਟੈਂਪਟ ਕਰੋਗੇ ਤਾਂ ਤੁਹਾਨੂੰ ਬੈਨੀਫਿਟ ਹੀ ਹੋਵੇਗਾ। ਠੀਕ ਹੈ ਜੀ। ਸੋ ਜੀ ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਤੇ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਓ। ਠੀਕ ਹੈ ਜੀ। ਬਾਕੀ ਤੁਹਾਡੇ ਕੋਲ ਥਿਊਰੀ ਦੀਆਂ PDFs ਮੌਜੂਦ ਨੇ ਆਰਾਮ ਦੇ ਨਾਲ ਆਪਦਾ ਉਹਦੀ ਤਿਆਰੀ ਕਰੋ। ਬਹੁਤ ਵਧੀਆ ਤਰੀਕੇ ਨਾਲ ਆਪਾਂ ਤਿਆਰ ਕੀਤੀਆਂ ਹੋਈਆਂ ਨੇ। ਧੰਨਵਾਦ ਜੀ। ਮਿਲਦੇ ਹਾਂ ਆਪਾਂ ਆਪਣੀ ਅਗਲੀ ਕਲਾਸ ਜਾਂ ਅਗਲੀ ਅਪਡੇਟ ਦੇ ਵਿੱਚ।